ਚਾਰਾਂ ਦੇ ਨਾਲ ਸਾਂਝ ਪਾਈਏ। ਕੱਲ੍ਹ ਦੇ ਦੀਵਾਨਾਂ ਅੰਦਰ ਆਪ ਸੰਗਤ ਨੇ ਇੱਥੋਂ ਤੱਕ ਇਤਿਹਾਸ ਗੁਰੂ ਨਾਨਕ ਸਾਹਿਬ ਜੀ ਦਾ ਸਰਵਣ ਕੀਤਾ ਸੀ ਕਿ ਮਲਕ ਪਾਤਸ਼ਾਹ ਜੀ ਨਾਲ ਸਿੱਧ ਜਿਹੜੀ ਉਹ ਵਿਚਾਰ ਚਰਚਾ ਕਰਨ ਵਾਸਤੇ ਆਉਂਦੇ ਨੇ ਔਰ ਉਹਨਾਂ ਦੇ ਕੋਲ ਆ ਕੇ ਉਹਨਾਂ ਨੇ ਆਪਣੀ ਮਤ ਅਨੁਸਾਰੀ ਗੁਰੂ ਨਾਨਕ ਸਾਹਿਬ ਅੱਗੇ ਕਈ ਸਵਾਲ ਰੱਖੇ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਅੱਗੇ ਜਿਹੜਾ ਸਵਾਲ ਕੀਤਾ ਉਹ ਕੀਤਾ ਵੀ ਤੁਸੀਂ ਫਕੀਰੀ ਵਾਲਾ ਵੇਖ ਉਤਾਰ ਕੇ ਸੰਸਾਰੀ ਪਹਿਰਾਵਾ ਕਿਉਂ ਧਾਰਨ ਕੀਤਾ ਹੈ? ਤੁਹਾਡਾ ਇਹ ਰੀਤ ਇੰਝ ਲੱਗਦੀ ਹੈ ਜਿਵੇਂ ਦੁੱਧ ਦੇ ਵਿੱਚ ਕਿਸੇ ਨੇ ਕਾਂਜੀ ਪਾਈ ਹੋਵੇ। ਕਾਂਜੀ ਦੇ ਅਰਥ ਦੋ ਤਰੀਕੇ ਨਾਲ ਵਿਦਵਾਨ ਪੁਰਸ਼ਾਂ ਕੀਤੇ। ਇੱਥੇ ਕਾਂਜੀ ਦਾ ਮਤਲਬ ਇੱਕ ਤੇ ਕੀਤਾ ਜਾਂਦਾ ਜਿਹਦੇ ਨਾਲ ਦੁੱਧ ਖਰਾਬ ਹੋ ਜਾਂਦਾ, ਦੁੱਧ ਫਟ ਜਾਂਦਾ, ਔਰ ਇੱਕ ਕਾਂਜੀ ਜਿਹੜਾ ਉਹ ਮਿੱਠੇ ਵਾਸਤੇ, ਮਿਸ਼ਰੀ ਦੇ ਵਾਸਤੇ ਵੀ ਕਾਂਜੀ ਲਫ਼ਜ਼ ਵਰਤਿਆ ਜਾਂਦਾ। ਹੁਣ ਸਿੱਧਾਂ ਨੇ ਆਪਣੇ ਸੁਭਾਅ ਦੇ ਉੱਤੇ ਸਵਾਲ ਕੀਤਾ ਵੀ ਤੁਸੀਂ ਦੁੱਧ 'ਚ ਕਾਂਜੀ ਕਿਉਂ ਪਾਈ? ਵੀ ਤੁਸੀਂ ਤੇ ਧਰਮ ਜਿਹੜਾ ਉਹ ਆਪਣੇ ਧਰਮ ਨੂੰ ਦੁੱਧ ਦੱਸ ਰਹੇ ਨਾ, ਵੀ ਤੁਸੀਂ ਗ੍ਰਸਤੀ ਪਹਿਰਾਵਾ ਪਾ ਕੇ ਤੇ ਸਾਡਾ ਧਰਮ ਜਿਹੜਾ ਫਕੀਰੀ ਵੇਖ ਸੀ ਜਿਹੜਾ ਉਹ ਦੁੱਧ ਜਿਹੜਾ ਨਾ ਉਹਦੇ 'ਚ ਕਾਂਜੀ ਪਾ ਕੇ ਤੁਹਾਨੂੰ ਖਰਾਬ ਕੀਤਾ। ਪਰ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਮੋਟਿਵ ਸੀ ਉਹ ਇਹ ਸੀ ਵੀ ਮੈਂ ਖਰਾਬ ਨਹੀਂ ਕੀਤਾ, ਮੈਂ ਤੇ ਸਭ ਨੂੰ ਸਵਾਦਲਾ ਬਣਾਇਆ। ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨਾਲ ਵਿਚਾਰ ਚਰਚਾ ਕੀਤੀ ਤੇ ਉਹਨਾਂ ਵੇਖਿਆ ਵੀ ਵਿਚਾਰ ਚਰਚਾ ਵਿੱਚ ਤੇ ਅਸੀਂ ਇਹਨਾਂ ਤੋਂ ਜਿੱਤ ਨਹੀਂ ਸਕਦੇ। ਫਿਰ ਉਹਨਾਂ ਨੇ ਨਾ ਆਪਣੀਆਂ ਤਾਕਤਾਂ ਅਜ਼ਮਾਉਣ ਲਈ ਵਿਚਾਰ ਬਣਾ ਲਈ ਤੇ ਉਹ ਤਾਕਤਾਂ ਅਜ਼ਮਾਉਣ ਵਾਸਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਵੀ ਤੁਸੀਂ ਕੋਈ ਚੀਜ਼ ਛੁਪਾਓ ਤੇ ਅਸੀਂ ਲੱਭ ਕੇ ਲਿਆਉਂਦੇ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਤੁਹਾਨੂੰ ਲਭਾਉਣ ਦੀ ਬਹੁਤ ਜ਼ਿਆਦਾ ਅਭਿਆਸ ਹੈ ਤੁਹਾਡੇ ਕੋਲ, ਵੀ ਤੁਸੀਂ ਇੱਦਾਂ ਕਰੋ, ਤੁਸੀਂ ਆਪ ਛੁਪੋ ਤੇ ਅਸੀਂ ਤੁਹਾਨੂੰ ਲੱਭਦੇ ਹਾਂ, ਅਸੀਂ ਤੁਹਾਡੀ ਖੋਜ ਕਰਦੇ ਹਾਂ। ਇੱਥੋਂ ਤੱਕ ਇਤਿਹਾਸ ਆਪ ਸੰਗਤਾਂ ਨੇ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕੀਤਾ ਸੀ ਕਿਵੇਂ ਸਾਰੇ ਸਿੱਧ ਜਿਹੜੇ ਉਹ ਆਪਣੀਆਂ ਰਿਧੀਆਂ ਸਿੱਧੀਆਂ ਵਰਤ ਕੇ ਗੁਰੂ ਨਾਨਕ ਸਾਹਿਬ ਉੱਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਮਾਲਕ ਜੀ ਕਿਵੇਂ ਉਹਨਾਂ ਦੀਆਂ ਰਿਧੀਆਂ ਸਿੱਧੀਆਂ ਜਿਹੜੀਆਂ ਉਹਨਾਂ ਸਾਰਿਆਂ ਨੂੰ ਆਪਣੇ ਸਾਹਮਣੇ ਸਿਰਫ ਤੁੱਛ ਮਾਤਰ ਸਾਬਤ ਕਰ ਦਿੰਦੇ ਔਰ ਉੱਥੇ ਖੜੇ ਜਿਹੜੇ ਲੋਕ ਨੇ ਉਹ ਸਾਰਾ ਦ੍ਰਿਸ਼ ਕਿਵੇਂ ਵੇਖਦੇ ਤੇ ਕੀ ਉਹ ਲੋਕ ਉਹਨਾਂ ਦੀ ਪ੍ਰਕਿਰਿਆ ਕੀ ਹੈ। ਆਓ ਆਪਾਂ ਅਗਲੇ ਪ੍ਰਸੰਗ ਨਾਲ ਸਾਂਝ ਪਾਈਏ। ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਲੜੀਵਾਰ ਇਤਿਹਾਸ ਨੂੰ ਆਪਾਂ ਵਿਚਾਰਨਾ ਹੈ, ਉੱਥੇ ਨਾਲ ਨਾਲ ਸ਼੍ਰੋਮਣੀ ਭਗਤ ਬਾਬਾ ਕਬੀਰ ਸਾਹਿਬ ਜੀ ਉਹਨਾਂ ਦਾ ਅੱਜ ਜਨਮ ਦਿਹਾੜਾ, ਪ੍ਰਕਾਸ਼ ਦਿਹਾੜਾ ਵੀ ਹੈ ਤੇ ਆਪਾਂ ਉਹਨਾਂ ਦੀ ਬਾਣੀ ਔਰ ਉਹਨਾਂ ਦੇ ਜੀਵਨ ਵਿੱਚੋਂ ਵੀ ਕੁਝ ਕੁ ਵਿਚਾਰਾਂ, ਉਹਨਾਂ ਦੀਆਂ ਬਖਸ਼ਿਸ਼ ਕੀਤੀ ਹੋਈ ਜੀਵਨ ਜਾਂਚ ਸਿੱਖਣ ਦੀ ਕੋਸ਼ਿਸ਼ ਯਤਨ ਕਰਨਾ ਹੈ। ਸਤਿਗੁਰੂ ਜੀ ਆਪ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖ ਕੇ ਮਾਲਕ ਜੀ ਆਪਣੇ ਇਤਿਹਾਸ ਦੀਆਂ ਔਰ ਆਪਣੀ ਪਾਵਨ ਬਾਣੀ ਦੀਆਂ ਵਿਚਾਰਾਂ ਸਤਿਗੁਰੂ ਜੀ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦੇ ਹਾਂ। ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਸਤਿਗੁਰੂ ਜੀ ਕੀ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣ ਕੈ ਸਿਧ ਨਾਮ ਤੇ ਮਤਾਈ, ਪਿਰਥਕ ਦਸੋ ਦਿਸ਼ ਦੁਰੀਏ ਜਾਈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਰਚੇਤਾ ਸ਼੍ਰੀ ਨਾਨਕ ਪ੍ਰਕਾਸ਼, ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ ਔਰ ਲੜੀ ਨੂੰ ਜੋੜਦਿਆਂ ਹੋਇਆਂ ਕਵੀ ਜੀ ਜ਼ਿਕਰ ਕਰ ਰਹੇ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਨਾਲ ਵਿਚਾਰ ਕੀਤੀ ਵੀ ਭਾਈ ਜੇ ਤੁਸੀਂ ਛਿਪਣ ਦੀਆਂ ਜਾਂ ਲੱਭਣ ਦੀਆਂ ਬਾਤਾਂ ਕਰ ਰਹੇ ਹੋ ਤੇ ਫਿਰ ਤੁਸੀਂ ਆਪ ਛਿਪੋ ਤੇ ਅਸੀਂ ਤੁਹਾਨੂੰ ਲੱਭਦੇ। ਔਰ ਸਿੱਧ ਬੜੇ ਹੈਰਾਨ ਜਿਹੇ ਵੀ ਹੋਏ ਔਰ ਮਨ ਅੰਦਰ ਨਾ ਇੱਕ ਜਿਵੇਂ ਉਤਸ਼ਾਹ ਨਹੀਂ ਜਾਗ ਪੈਂਦਾ ਵੀ ਅਸੀਂ ਲੁਕ ਗਏ ਤੇ ਸਾਨੂੰ ਇਹਨਾਂ ਕਿੱਥੋਂ ਲੱਭ ਲੈਣਾ। ਤੇ ਉਹਨਾਂ ਦੀ ਮੱਤ ਜਿਹੜੀ ਨਾ ਬਸ ਇਉਂ ਕਹਿ ਲਓ ਵੀ ਰਿੱਧ ਸਿੱਧ ਦੇ ਨਸ਼ੇ ਵਿੱਚ ਮਸਤ ਹੈ। ਰਿੱਧੀਆਂ ਸਿੱਧੀਆਂ ਦੇ ਨਸ਼ੇ ਵਿੱਚ ਉਹ ਇੰਨੇ ਕੁ ਮਸਤ ਹੋ ਚੁੱਕੇ, ਮੱਤੇ ਹੋਏ ਗਲਤਾਨ ਨੇ ਕਿ ਉਸ ਵਕਤ ਨਾ ਉਹ ਕਹਿੰਦੇ ਜੀ ਠੀਕ ਹੈ ਅਸੀਂ ਛਿਪਦੇ ਹਾਂ ਤੇ ਤੁਸੀਂ ਲੱਭੋ। ਔਰ ਸਭ ਤੋਂ ਪਹਿਲਾਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਅਲੱਗ-ਅਲੱਗ ਦਿਸ਼ਾਵਾਂ ਦੇ ਵਿੱਚ ਨਾ ਉਹਨਾਂ ਨੇ ਆਪਸ ਵਿਚਾਰ ਕੀਤੀ ਵੀ ਆਪਾਂ ਇੱਕ ਦਿਸ਼ਾ ਵਿੱਚ ਨਹੀਂ ਛਿਪਣਾ, ਆਪਾਂ ਸਾਰੀ ਵੱਖਰੀ ਦਿਸ਼ਾ ਵਿੱਚ ਛਿਪਦੇ ਹਾਂ। 10 ਦਿਸ਼ਾਵਾਂ ਦੇ ਵਿੱਚ ਆਪਾਂ ਛਿਪਾਂਗੇ ਤੇ ਵੇਖਦੇ ਹਾਂ ਕਿਹਨੂੰ ਲੱਭਦੇ ਗੁਰੂ ਨਾਨਕ ਜੀ ਤੇ ਕਿਹੜਾ ਜਿਹੜਾ ਉਹ ਇਹਨਾਂ ਦੇ ਲੱਭਣ ਤੋਂ ਪਾਸੇ ਰਹਿ ਜਾਂਦਾ ਹੈ। ਔਰ ਸਭ ਤੋਂ ਪਹਿਲਾਂ ਨਾ ਪ੍ਰਥਕ ਦਸੋ ਦਿਸ਼ ਦੁਰੀਏ ਜਾਏ, ਵੀ ਆਪਾਂ ਪਹਿਲਾਂ ਸਾਰੇ ਹੀ ਜਾ ਕੇ 10 ਦਿਸ਼ਾਵਾਂ ਵਿੱਚ ਛਿਪਦੇ ਹਾਂ। ਸ਼ੰਭੂਨਾਥ ਪ੍ਰਾਚੀ ਦਿਸ਼ ਗਇਓ, ਭੰਗਰ ਪੱਛਮ ਦੁਰਤਾ ਪਇਓ। ਕਵੀ ਜੀ ਨੇ ਫਿਰ ਜ਼ਿਕਰ ਕੀਤਾ ਵੀ ਸਭ ਤੋਂ ਪਹਿਲਾਂ ਸ਼ੰਭੂਨਾਥ ਤੇ ਭੰਗਰਨਾਥ, ਕਿਉਂਕਿ ਇਹ ਦੋ ਬੜੇ ਹੰਕਾਰੇ ਹੋਏ ਨੇ। ਇਹ ਦੋਵੇਂ ਜੋਗੀਆਂ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ। ਜਿਹੜਾ ਸ਼ੰਭੂਨਾਥ ਸੀ ਉਹ ਚਲੇ ਗਿਆ ਪ੍ਰਾਚੀ ਦਿਸ਼ਾ, ਪ੍ਰਾਚੀ ਕਹਿੰਦੇ ਪੂਰਬ ਨੂੰ, ਪੂਰਬ ਦਿਸ਼ਾ ਵੱਲ ਚਲੇ। ਔਰ ਜਿਹੜਾ ਭੰਗਰਨਾਥ ਸੀ ਉਹਨੇ ਆਪਣਾ ਆਪਾ ਉਡਾਇਆ, ਆਪਣੇ ਸਰੀਰ ਨੂੰ ਉਡਾਇਆ ਤੇ ਉਹਨੇ ਜਾ ਕੇ ਆਪਣਾ ਆਪਾ ਪੱਛਮ ਦਿਸ਼ਾ ਦੇ ਵਿੱਚ ਛਿਪਾ ਲਿਆ। ਮਤਲਬ ਦੋਵੇਂ ਜਣੇ ਲੁਕ ਕੇ ਜਾ ਕੇ, ਇੱਕ ਨੇ ਪੂਰਬ ਦਿਸ਼ਾ ਵਿੱਚ ਆਪਣੇ ਆਪ ਨੂੰ ਸੰਭਾਲਿਆ, ਲਕੋ ਲਿਆ, ਇੱਕ ਜਾ ਕੇ ਪੱਛਮ ਦਿਸ਼ਾ ਦੇ ਵਿੱਚ ਲੁਕ ਜਾਂਦਾ ਹੈ। ਊਰਮ ਧੂਰਮ ਉੱਤਰ ਮਾਹੀ, ਦਕਸ਼ਣ ਬੀਚ ਮਚੰਦਰ ਜਾਹੀ। ਫਿਰ ਊਰਮ ਔਰ ਧੂਰਮ ਇਹ ਦੋਵੇਂ ਜੋਗੀ ਇਹ ਜਿਹੜੇ ਗਏ, ਇਹਨਾਂ ਨੇ ਜਾ ਕੇ ਉੱਤਰ ਦਿਸ਼ਾ ਦੇ ਵਿੱਚ ਆਪਣਾ ਆਪਾ ਛੁਪਾਇਆ। ਔਰ ਉਹਦੇ ਤੋਂ ਬਾਅਦ ਚ ਕਵੀ ਜੀ ਜ਼ਿਕਰ ਕਰਦੇ ਵੀ ਮਛੰਦਰਨਾਥ ਜਿਹੜਾ ਸੀ ਨਾ, ਇਹਨੇ ਦੱਖਣ ਦਿਸ਼ਾ ਦੇ ਵਿੱਚ ਜਾ ਕੇ ਆਪਣਾ ਆਪਾ ਛੁਪਾ ਲਿਆ। ਪਾਵਕ ਕੌਣ ਕਣਕ ਸਿਧ ਗਇਓ, ਲੰਗਰ ਬਾਇਬ ਵਿਖੈ ਸਿਧਿਓ। ਇਹ ਤੇ ਸੀ ਪਹਿਲੀਆਂ 4 ਦਿਸ਼ਾਵਾਂ। ਹੁਣ ਇਹਨਾਂ ਚਾਰੇ ਦਿਸ਼ਾਵਾਂ ਦੇ ਵਿਚਲੇ ਕੋਨੇ ਜਿਹੜੇ ਨੇ, 4 ਨੁਕਰਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ, ਇਹਨਾਂ ਨੇ ਬਾਕੀ ਜਿਹੜੇ ਜੋਗੀ ਨਾ ਉਹਨਾਂ 4 ਦਿਸ਼ਾ, ਪਹਿਲਾਂ 4 ਇਹ, ਫਿਰ 4 ਨੁਕਰਾਂ, ਫਿਰ ਧਰਤੀ ਤੇ ਇੱਕ ਆਕਾਸ਼, ਇਸ ਤਰੀਕੇ 10 ਦਿਸ਼ਾਵਾਂ ਬਣਦੀਆਂ। ਹੁਣ ਫਿਰ ਕਵੀ ਜੀ ਜ਼ਿਕਰ ਕਰਦੇ ਵੀ ਉਹਦੇ ਤੋਂ ਬਾਅਦ ਨਾ ਪਾਵਕ ਕੌਣ, ਕਣਕ ਸਿੱਧ ਜਿਹੜਾ ਹੈ ਉਹਨੇ ਜਾ ਕੇ ਆਪਣਾ ਆਪਾ ਨਾ ਪਾਵਕ ਕੌਣ ਵਿੱਚ ਲਗਾਇਆ। ਪਾਵਕ ਕਹਿੰਦੇ ਨੇ ਉਹ ਕੋਨਾ ਜਿਹੜਾ ਪੂਰਬ ਔਰ ਦੱਖਣ ਦੇ ਵਿਚਲਾ ਕੋਨਾ, ਉਹਨੂੰ ਪਾਵਕ ਕਹਿੰਦੇ ਨੇ। ਕਵੀ ਜੀ ਕਹਿੰਦੇ ਵੀ ਉਹਨੇ ਜਾ ਕੇ ਪੂਰਬ ਔਰ ਦੱਖਣ ਦੇ ਵਿਚਲੇ ਕੋਨੇ ਵਿੱਚ ਆਪਣਾ ਆਪਾ ਛਿਪਾ ਲਿਆ। ਨਹਿਰਤ ਮਾਹੀ ਚੰਗਰ ਪਿਆਨਾ, ਗੋਹਨ ਗਵਾਲ ਪਹੁੰਚੇ ਇਸ਼ਨਾਨਾ। ਔਰ ਉਹਦੇ ਤੋਂ ਬਾਅਦ ਲੰਗਰ ਬਾਇਬ ਵਿਖੈ ਸਿਧਾਇਓ, ਜਿਹੜਾ ਲੰਗਰ ਹੈ ਉਹਨੇ ਜਾ ਕੇ ਆਪਣਾ ਆਪਾ ਪੱਛਮ ਉੱਤਰ ਦੇ ਵਿੱਚ ਉਹਨੇ ਆਪਣਾ ਆਪਾ ਛਿਪਾ ਲਿਆ। ਉਹਦੇ ਤੋਂ ਬਾਅਦ ਨਹਿਰਤ ਮਾਹੀ ਚੰਗਰ ਪਿਆਨਾ, ਨਹਿਰਤ ਕਹਿੰਦੇ ਦੱਖਣ ਔਰ ਪੱਛਮ ਦੇ ਵਿਚਲੇ ਹਿੱਸੇ ਨੂੰ, ਉੱਥੇ ਜਾ ਕੇ ਚੰਗਰਨਾਥ ਬਹਿ ਗਿਆ। ਔਰ ਉਹਦੇ ਤੋਂ ਬਾਅਦ ਗੌਨ ਗਵਾਲ ਪਹੁੰਚਿਓ ਈਸ਼ਨਾਨਾ, ਤੇ ਜਿਹੜਾ ਗੌਨ ਗਵਾਲ ਸੀ ਉਹ ਜਾ ਕੇ ਕਹਿੰਦੇ ਕਵੀ ਜੀ ਵੀ ਪੂਰਬ ਉੱਤਰ ਦੇ ਵਿੱਚ, ਪੂਰਬ ਔਰ ਉੱਤਰਲੇ ਵਿਚਲੇ ਹਿੱਸੇ ਦੇ ਵਿੱਚ ਜਾ ਕੇ ਉਹਨੇ ਆਪਣਾ ਆਪਾ ਛਿਪਾ ਲਿਆ। ਇਸ ਤਰ੍ਹਾਂ 8 ਦਿਸ਼ਾਵਾਂ ਦੇ ਵਿੱਚ ਸਾਰੇ ਸਿੱਧਾਂ ਨੇ ਆਪਣੀਆਂ ਸ਼ਕਤੀਆਂ ਵਰਤੀਆਂ, ਰਿਧੀਆਂ ਸਿੱਧੀਆਂ। ਕੋਈ ਆਪਣੇ ਸਰੀਰ ਨੂੰ ਉਡਾ ਕੇ ਕਿੱਧਰ ਨੂੰ ਲਈ ਜਾਂਦਾ, ਕੋਈ ਇੱਕੋ ਦਮ ਹੀ ਅਲੋਪ ਹੋ ਕੇ ਦੂਜੀ ਥਾਂ ਤੇ। ਗੁਰੂ ਨਾਨਕ ਸਾਹਿਬ ਨੂੰ ਇਹ ਵੀ ਨਾ ਪਤਾ ਲੱਗੇ ਵੀ ਅਸੀਂ ਗਏ ਕਿੱਧਰ ਨੂੰ ਆ ਤੇ ਕਿੱਥੇ ਜਾ ਕੇ ਛਿਪੇ ਹਾਂ। ਤਾਂ ਹੀ ਤੇ ਉਹ ਆਪਣਾ ਆਪਾ ਜਤਾਉਣਗੇ ਨਾ, ਵੀ ਜੇ ਉਹਨਾਂ ਨੂੰ ਪਤਾ ਨਾ ਲੱਗੇਗਾ, ਜੇ ਪਤਾ ਲੱਗਾ ਵੀ ਕਿਹੜੀ ਦਿਸ਼ਾ ਵਿੱਚ ਗਏ ਫਿਰ ਤੇ ਉਹਨਾਂ ਨੇ ਲੱਭ ਲੈਣਾ।
ਇਸ ਲਈ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਖੜੋਤਿਆਂ ਉਹਨਾਂ ਨੇ ਆਪਣਾ ਆਪਾਂ ਇਸ ਢੰਗ ਨਾਲ ਅਲੋਪ ਕੀਤਾ ਉਹਨਾਂ ਦੇ ਨਜ਼ਰੀਏ ਅਨੁਸਾਰ। ਇਹ ਹੈ ਵੀ ਗੁਰੂ ਨਾਨਕ ਸਾਹਿਬ ਨੂੰ ਕਿਹੜਾ ਪਤਾ ਲੱਗਣਾ ਸੀ ਇੱਕੋ ਦਮ ਹੀ ਅਲੋਪ ਹੋ ਜਾਣਾ, ਇਹਨਾਂ ਨੂੰ ਪਤਾ ਹੀ ਨਹੀਂ ਲੱਗਣਾ। ਇਸ ਤਰੀਕੇ ਉਹਨਾਂ ਨੇ 8 ਦਿਸ਼ਾਵਾਂ ਦੇ ਵਿੱਚ ਜਾ ਕੇ ਨਾ ਆਪਣਾ ਆਪਾਂ ਜਿਹੜਾ ਉਹਨੂੰ ਛੁਪਾ ਲਿਆ। कितिक पताल दूरे है जाई केतिक बीच आकाश उड़ाई। और दो दिशावां बाकी एक धरती और एक आकाश। ਕਿਸੇ ਨੇ ਧਰਤੀ ਦੇ ਹੇਠਾਂ ਆਪਣੇ ਆਪ ਨੂੰ ਲੁਕੋ ਲਿਆ ਤੇ ਕੋਈ ਜਿਹੜਾ ਉਹ ਆਕਾਸ਼ ਦੇ ਵਿੱਚ ਜਾ ਕੇ ਆਪਣਾ ਆਪਾ ਛੁਪਾ ਲੈਂਦਾ। ਇਸ ਤਰੀਕੇ 10 ਦਿਸ਼ਾਵਾਂ ਦੇ ਵਿੱਚ ਸਿੱਧ ਖਿਲਰ ਗਏ, ਬਿਖਰ ਗਏ। ਆਪਣਾ ਆਪਾ ਇਸ ਤਰੀਕੇ ਨਾਲ ਉਹਨਾਂ ਨੇ ਲੁਕੋਇਆ ਵੀ ਇੱਕ ਲੱਭ ਜਾਏਗਾ, ਦੋ ਲੱਭ ਜਾਣਗੇ, 10 ਦਿਸ਼ਾਵਾਂ ਥੋੜੀ ਲੱਭ ਲੈਣਗੇ। ਔਰ ਦੂਜੀ ਗੱਲ, ਉਹਨਾਂ ਦਾ ਨਜ਼ਰੀਆ ਗੁਰੂ ਨਾਨਕ ਸਾਹਿਬ ਲਈ ਸਿਰਫ ਇੱਕ ਇਨਸਾਨੀ ਹੈ। ਉਹਨਾਂ ਨੂੰ ਇਹ ਨਹੀਂ ਸੀ ਨਾ ਪਤਾ ਵੀ ਜਿਹਦੇ ਸਾਹਮਣੇ ਅਸੀਂ ਆਪਣੇ ਆਪ ਨੂੰ ਛੁਪਾਉਂਦੇ ਫਿਰਦੇ ਹਾਂ ਜਾਂ ਜਿੱਥੇ ਜਾ ਕੇ ਅਸੀਂ ਲੁਕਣਾ ਹੈ ਉਹ ਸਾਡੇ ਤੋਂ ਪਹਿਲਾਂ ਉੱਥੇ ਮੌਜੂਦ ਨੇ। ਉਹਨਾਂ ਨੇ ਤੇ ਆਪਣਾ ਆਪਾ 10 ਦਿਸ਼ਾਵਾਂ ਦੇ ਵਿੱਚ ਪਹਿਲਾਂ ਹੀ ਪਸਾਰਿਆ ਹੋਇਆ ਹੈ ਤੇ ਉਹਨਾਂ ਨੂੰ ਸਾਡੇ ਵਾਂਗੂ ਲੁਕਣ ਦੀ ਲੋੜ ਨਹੀਂ ਹੈ। ਸਗੋਂ ਜੇ ਅਸੀਂ ਕੋਸ਼ਿਸ਼ ਵੀ ਕਰਾਂਗੇ ਨਾ ਆਪਣਾ ਆਪਾ ਛੁਪਾਉਣ ਦੀ ਤੇ ਚਾਹ ਕੇ ਵੀ ਅਸੀਂ ਆਪਣਾ ਆਪਾ ਜਿਹੜਾ ਉਹਨਾਂ ਤੋਂ ਛੁਪਾ ਨਹੀਂ ਸਕਦੇ। ਤੇ ਇਹਨਾਂ ਨੇ ਨਾ ਆਪਣੀ ਸੋਚ ਮੁਤਾਬਕ, ਆਪਣੀ ਮੱਤ ਦੇ ਮੁਤਾਬਕ ਗੁਰੂ ਨਾਨਕ ਸਾਹਿਬ ਤੋਂ ਆਪਣਾ ਆਪਾ ਛੁਪਾਉਂਦਿਆਂ ਹੋਇਆਂ 10 ਦਿਸ਼ਾਵਾਂ ਦੇ ਵਿੱਚ ਜਾ ਕੇ ਸਾਰੇ ਸਿੱਧ ਲੁਕ ਗਏ। ਜਿਹੜੇ ਸਿੱਧ ਮਨ ਦੇ ਅੰਦਰ ਇਹ ਸੋਚੀ ਬੈਠੇ ਕਿ ਆਪਾਂ ਗੁਰੂ ਨਾਨਕ ਸਾਹਿਬ ਨੂੰ ਨੀਵਾਂ ਦਿਖਾਉਣਾ, ਇਹਨਾਂ ਨੂੰ ਲੱਜਤ ਕਰਨਾ ਹੈ ਤੇ ਜਿਹੜਾ ਸ਼ਿਵਰਾਤਰੀ ਦੇ ਮੇਲੇ ਵਿੱਚ ਲੋਕਾਂ ਨੇ ਇਹਨਾਂ ਅੱਗੇ ਭੇਟਾਵਾਂ ਤੇ ਇਹਨਾਂ ਅੱਗੇ ਨਮਸਕਾਰਾਂ ਕੀਤੀਆਂ ਨਾ, ਉਹ ਸਾਰੇ ਲੋਕਾਂ ਨੂੰ ਅਸੀਂ ਆਪਣੇ ਅੱਗੇ ਝੁਕਾਉਣਾ ਹੈ। ਇਹ ਸੋਚ ਰੱਖਣ ਵਾਲੇ ਜਿੰਨੇ ਸਿੱਧ ਸਨ ਉਹ ਸਾਰੇ ਜਾ ਕੇ ਲੁਕ ਗਏ ਤੇ ਜਿਹੜੇ ਜੋਗੀ ਮੰਗਲਨਾਥ ਜੀ ਨੇ ਉਹ ਖੜੇ ਸਾਰਿਆਂ ਨੂੰ ਵੇਖ ਰਹੇ ਵੀ ਇਹ ਕਰ ਕੀ ਰਹੇ ਨੇ ਤੇ ਕਿਹਦੇ ਅੱਗੇ ਆਪਣਾ ਜ਼ੋਰ ਤੇ ਕਿਸ ਅੱਗੇ ਆਪਣੀ ਤਾਕਤ ਅਜ਼ਮਾ ਰਹੇ ਹਨ। गमन कीन 10 दिशा में तिनकी गत प्रभ जान। ਪ੍ਰਭੂ ਜਿਹੜੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੀ ਗੱਤ ਜਾਣਦੇ ਨੇ ਵੀ 10 ਦਿਸ਼ਾਵਾਂ 'ਚ ਉਹਨਾਂ ਨੇ ਆਪਣਾ ਆਪਾ ਲਕੋਇਆ। ਹੁਣ ਇਹ ਤੇ ਹੈ ਨਹੀਂ ਵੀ ਉਹ ਅਕਾਲ ਪੁਰਖ ਪਰਮੇਸ਼ਵਰ ਤੋਂ ਆਪਣਾ ਆਪਾ ਜਿਹੜਾ ਉਹਨੂੰ ਅੱਖੋਂ ਪਰੋਖੇ ਕਰ ਸਕਦੇ ਹੋ। ਸੰਸਾਰ ਦੇ ਕੋਲੋਂ ਬਹੁਤ ਕੁਝ ਛੁਪਾਇਆ ਜਾ ਸਕਦਾ ਹੈ ਪਰ ਰੱਬ ਦੇ ਕੋਲੋਂ ਕੁਝ ਵੀ ਛੁਪਾਇਆ ਨਹੀਂ ਜਾ ਸਕਦਾ। ਦੁਨੀਆ ਦੇ ਕੋਲੋਂ ਅਸੀਂ ਆਪਣੀ ਕਾਇਆ ਛੁਪਾ ਕੇ ਰੱਖ ਸਕਦੇ ਹਾਂ, ਦੁਨੀਆ ਦੇ ਕੋਲੋਂ ਅਸੀਂ ਆਪਣੇ ਕਰਮ ਛੁਪਾ ਕੇ ਰੱਖ ਸਕਦੇ ਹਾਂ, ਦੁਨੀਆ ਦੇ ਕੋਲੋਂ ਅਸੀਂ ਆਪਣਾ ਸੁਭਾਅ, ਆਪਣਾ ਨੇਚਰ ਤੱਕ ਛੁਪਾ ਕੇ ਰੱਖ ਸਕਦੇ ਹਾਂ। ਪਰ ਪਰਮੇਸ਼ਵਰ ਕੋਲੋਂ ਨਾ ਸਾਡਾ ਨੇਚਰ ਛੁਪਿਆ, ਨਾ ਸਾਡਾ ਸੁਭਾਅ ਲੁਕਿਆ, ਨਾ ਸਾਡੇ ਕਰਮ ਲੁਕੇ ਨੇ ਔਰ ਨਾ ਹੀ ਸਾਡਾ ਸਰੀਰ, ਸਾਡੀ ਕਾਇਆ ਲੁਕੀ ਹੈ। ਜੋ ਕੁਝ ਅਸੀਂ ਦੁਨੀਆ ਤੋਂ ਲੁਕੋ ਸਕਦੇ ਹਾਂ ਉਹ ਪਰਮੇਸ਼ਵਰ ਤੋਂ ਨਹੀਂ ਲੁਕੋ ਸਕਦੇ ਤੇ ਇਹਨਾਂ ਨੇ ਆਪਣਾ ਆਪਾ 10 ਦਿਸ਼ਾਵਾਂ ਵਿੱਚ ਲੁਕੋਇਆ। ਕਵੀ ਜੀ ਜ਼ਿਕਰ ਕਰਦੇ ਪਰ ਪ੍ਰਭੂ ਜੀ ਇਹਨਾਂ ਦੀ ਗਤੀ ਨੂੰ ਸਮਝ ਗਏ, ਇਹਨਾਂ ਦੇ ਸਾਰੇ ਖੇਡ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਜਾਣ ਗਏ। तब स्वरूप तेते धरे जेते सिद्ध दौरान। ਹੁਣ ਸਤਿਗੁਰੂ ਪਾਤਸ਼ਾਹ ਇਹ ਤੇ ਹੈ ਨਹੀਂ ਵੀ ਇੱਕ ਥਾਂ ਤੇ ਮੌਜੂਦ ਨੇ। 10 ਦਿਸ਼ਾਵਾਂ ਵਿੱਚ ਗੁਰੂ ਨਾਨਕ ਸਾਹਿਬ ਦਾ ਸਰੂਪ ਜੇ ਆਪਾਂ ਨਿਰਾਕਾਰ ਦੇ ਰੂਪ ਵਿੱਚ ਵੇਖਾਂਗੇ ਤੇ ਗੁਰੂ ਨਾਨਕ ਸਾਹਿਬ ਸਾਰੇ ਪਾਸੇ ਹੀ ਨੇ। ਹਾਂ, ਸੰਸਾਰਿਕ ਤੌਰ ਤੇ ਜੇ ਇੱਕ ਉਹ ਸਰੂਪ ਦੀ ਗੱਲ ਕਰਾਂਗੇ ਜਿਹੜਾ ਉਹ ਸਰੂਪ ਜਿਹੜਾ ਆਕਾਰ ਦੇ ਵਿੱਚ ਹੈ ਉਹ ਇੱਕ ਥਾਂ ਤੇ ਮੌਜੂਦ ਹੈ, ਪਰ ਜਦੋਂ ਨਿਰਾਕਾਰ ਸਰੂਪ ਦੀ ਗੱਲ ਕਰਾਂਗੇ, ਸੂਖਸ਼ਮ ਸਰੂਪ ਦੀ ਗੱਲ ਕਰਾਂਗੇ ਤੇ ਉਹ ਸਾਰੇ ਪਾਸੇ ਹੀ ਹੈ। ਉਹ ਇਸ ਜਾਂ ਸੌਖੇ ਲਫ਼ਜ਼ਾਂ 'ਚ ਕਹਿ ਲਈਏ ਸਿੱਧ ਜਾ ਕੇ ਛਿਪੇ ਨੇ ਗੁਰੂ ਨਾਨਕ ਸਾਹਿਬ ਦੀਆਂ ਅੱਖਾਂ ਤੋਂ, ਗੁਰੂ ਨਾਨਕ ਸਾਹਿਬ ਦੇ ਨੇਤਰਾਂ ਤੋਂ ਵੀ ਅਸੀਂ ਲੁਕੇ ਆਏ। ਪਰ ਜਦੋਂ ਉਹਨਾਂ ਦੇ ਵਿੱਚ ਬੈਠਿਆਂ ਦੀ ਗੱਲ ਕਰਾਂਗੇ ਤੇ ਉਹਨਾਂ ਦੇ ਵਿੱਚ ਵੀ ਕੌਣ ਬੈਠਾ ਹੈ? ਅਕਾਲ ਪੁਰਖ ਪਰਮੇਸ਼ਵਰ ਤੇ ਖੁਦ ਜਾਣਦੇ ਨੇ ਵੀ ਉਹ ਕਿੱਥੇ ਜਾ ਕੇ ਛਿਪੇ ਨੇ ਔਰ ਕਿੱਥੇ ਜਾ ਕੇ ਉਹਨਾਂ ਨੇ ਆਪਣਾ ਆਪਾ ਜਿਹੜਾ ਉਹ ਲੁਕੋਇਆ ਹੈ। ਕਵੀ ਜੀ ਜ਼ਿਕਰ ਕਰਦੇ ਕਿ ਧੰਨ ਗੁਰੂ ਨਾਨਕ ਸਾਹਿਬ ਦੀ 10 ਦਿਸ਼ਾਵਾਂ ਦੇ ਵਿੱਚ ਆਪਣਾ ਆਪਾ ਜਿਹੜਾ ਨਾ ਉਹਨੂੰ ਨਿਰਾਕਾਰ ਸਰੂਪ ਅੰਦਰ ਪਸਾਰਦੇ ਨੇ। 10 ਦਿਸ਼ਾਵਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਪ੍ਰਤੱਖ ਵਰਤਦੇ ਹਨ। मंगलनाथ आद शुभ जेते थाडे कोतक देखे तेते। ਔਰ ਜਿਹੜੇ ਜੋਗੀ ਮੰਗਲਨਾਥ ਜੀ ਤੇ ਇਦਾਂ ਦੀ ਵਿਚਾਰ ਰੱਖਣ ਵਾਲੇ ਹੋਰ ਜਿਹੜੇ ਸਨ, ਜਿਹੜੇ ਮੰਗਲਨਾਥ ਜੀ ਦੇ ਨਾਲ ਖੜੇ, ਉਹ ਸਾਰੇ ਸਿੱਧ ਜਿਹੜੇ ਜਾਣਦੇ ਨੇ ਵੀ ਗੁਰੂ ਨਾਨਕ ਸਾਹਿਬ ਨਾਲ ਨਾ ਮੱਥਾ ਲਾਇਆ ਜਾ ਸਕਦਾ, ਨਾ ਗੁਰੂ ਨਾਨਕ ਸਾਹਿਬ ਤੋਂ ਜਿੱਤਿਆ ਜਾ ਸਕਦਾ। ਗੁਰੂ ਨਾਨਕ ਸਾਹਿਬ ਦੇ ਕੋਲੋਂ ਵਡਿਆਈ ਪਾਈ ਜਾ ਸਕਦੀ ਹੈ ਤੇ ਉਹ ਵਡਿਆਈ ਉਦੋਂ ਮਿਲਦੀ ਜਦੋਂ ਗੁਰੂ ਨਾਨਕ ਸਾਹਿਬ ਅੱਗੇ ਨਿਭ ਜਾਈਦਾ ਹੈ। ਜਿਹੜੇ ਸਿੱਧ ਇਹ ਗੱਲ ਜਾਣਦੇ ਨੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਨਾਲ ਨਾ ਮੱਥਾ ਲਾਇਆ, ਨਾ ਉਹਨਾਂ ਨੇ ਗੁਰੂ ਨਾਨਕ ਸਾਹਿਬ ਨਾਲ ਚਰਚਾ ਦੀ ਬਾਤ ਕੀਤੀ ਔਰ ਨਾ ਹੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਅੱਗੇ ਦੀਆਂ ਸਿੱਧੀਆਂ ਦਿਖਾਉਣ ਦਾ ਜ਼ਿਕਰ ਕੀਤਾ। ਉਹ ਤੇ ਆਪਣਾ ਮਨ ਹੱਥ ਜੋੜ ਗੁਰੂ ਨਾਨਕ ਅੱਗੇ ਨਿਵੇ ਹੋਏ ਨੇ ਵੀ ਬਾਬਾ ਜੀ ਅਸੀਂ ਤੁਹਾਡੇ ਅੱਗੇ ਨਾ ਕੋਈ ਸ਼ਕਤੀ ਹੈ, ਅਸੀਂ ਤੇ ਤੁਸ਼ ਮਾਤਰ ਵੀ ਨਹੀਂ ਹਾਂ ਤੁਹਾਡੇ ਅੱਗੇ। ਉਹ ਸਾਰੇ ਇੱਕ ਪਾਸੇ ਲੱਗੇ ਹੋਏ ਤੇ ਇੱਕ ਪਾਸੇ ਲੱਗੇ ਹੋਏ, ਇੱਕ ਪਾਸੇ ਖੜੇ ਹੋਏ, ਸਾਰਾ ਕੋਤਕ ਆਪਣੀਆਂ ਅੱਖਾਂ ਨਾਲ ਵੇਖ ਰਹੇ ਕਿ ਕਿਵੇਂ ਜੋਗੀ ਆਪਣਾ ਆਪਾ, ਸਾਡੇ ਸਿੱਧ ਆਪਣਾ ਆਪਾ ਛੁਪਾ ਕੇ ਬੈਠੇ ਹਨ। जय जय लक्षण कीन तिन ताए मुचण गई सबिन की जाए। ਉਹ ਸਾਰੇ ਜਿਹੜੇ ਸਨ ਨਾ ਉਹਨਾਂ ਸਾਰਿਆਂ ਨੇ ਆਪਣਾ ਆਪਾ ਛੁਪਾਇਆ। ਜਿੱਥੇ ਜਿੱਥੇ ਜਾ ਕੇ ਛਿਪੇ ਸਨ ਗੁਰੂ ਨਾਨਕ ਸਾਹਿਬ ਉੱਥੇ ਹੀ ਉਹਨਾਂ ਨੂੰ ਪ੍ਰਤੱਖ ਰੂਪ ਵਿੱਚ ਨਜ਼ਰੀ ਆਉਂਦੇ ਨੇ। ਜਦੋਂ ਉਹਨਾਂ ਨੂੰ ਨਜ਼ਰੀ, ਕਿਉਂਕਿ ਉਹ ਸਰਬ ਕਲਾ ਵਿਆਪਕ ਹੈ, ਹਰ ਜਗ੍ਹਾ ਉੱਤੇ ਮੌਜੂਦ ਨੇ। ਗੱਲ ਤੇ ਇਹ ਸੀ ਵੀ ਸਾਹਿਬ ਜੀ ਦੇ ਅੱਗੇ ਉਹ ਆਪਣਾ ਕੋਤਕ ਵਿਖਾਰੇ, ਆਪਣੀ ਤਾਕਤ ਵਿਖਾਰੇ, ਪਰ ਨਾਲ ਉਹਨਾਂ ਨੇ ਕਦੇ ਇਸ ਗੱਲ ਨੂੰ ਨਹੀਂ ਪਰਚੋਲਿਆ ਵੀ ਅਸੀਂ ਸਿਰਫ ਇੱਕ ਸਰੀਰ ਵੇਖਿਆ ਗੁਰੂ ਨਾਨਕ ਸਾਹਿਬ ਦਾ, ਅਸੀਂ ਸਿਰਫ ਕਾਇਆ ਹੀ ਸਮਝੀ ਹੈ, ਪਰ ਇਹ ਕਾਇਆ ਨਹੀਂ, ਇਹ ਖੁਦ ਪਰਮੇਸ਼ਵਰ ਰੂਪ ਨੇ ਤੇ ਕਾਇਆ ਤੋਂ ਉੱਪਰ ਉੱਠ ਕੇ ਜੇ ਵੇਖਦੇ ਤੇ ਹਰ ਜਗ੍ਹਾ ਉੱਤੇ ਗੁਰੂ ਨਾਨਕ ਸਾਹਿਬ ਨਜ਼ਰੀ ਆਉਂਦੇ। ਜਿਸ ਕਰਕੇ ਜਦੋਂ 10 ਦਿਸ਼ਾਵਾਂ ਵਿੱਚ ਆਪਣਾ ਆਪਾ ਛੁਪਾ ਕੇ ਬਹਿ ਜਾਂਦੇ ਨੇ ਤੇ 10 ਦਿਸ਼ਾਵਾਂ ਦੇ ਵਿੱਚ ਹੀ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਨਜ਼ਰੀ ਪੈਂਦੇ ਨੇ। ਜਦੋਂ ਗੁਰੂ ਨਾਨਕ ਸਾਹਿਬ ਨਜ਼ਰੀ ਪੈਂਦੇ ਨੇ ਤੇ ਇਉਂ ਵੀ ਮਹਿਸੂਸ ਕੀਤਾ, ਕਵੀ ਜੀ ਨੇ ਜ਼ਿਕਰ ਕੀਤਾ ਵੀ ਜਿਵੇਂ ਗੁਰੂ ਨਾਨਕ ਸਾਹਿਬ ਨੇ ਆਪ ਉਹਨਾਂ ਨੂੰ ਉਹਨਾਂ ਦੇ ਬਾਹਾਂ ਤੋਂ ਉਹਨਾਂ ਨੂੰ ਜਾ ਕੇ ਆਪ ਪਕੜਿਆ ਹੋਵੇ, ਉਹਨਾਂ ਨੂੰ ਆਪ ਗੁਰੂ ਨਾਨਕ ਸਾਹਿਬ ਨੇ ਜਿਵੇਂ ਜਾ ਲੱਭਿਆ ਹੋਵੇ। लंगर लखयो मोह पछात शंभू जान है मुझे घात। ਔਰ ਇਹਨਾਂ ਸਾਰਿਆਂ ਨੂੰ ਮਹਿਸੂਸ ਕਿ ਹਰ ਸਿੱਧ ਵੱਖਰੀ ਦਿਸ਼ਾ 'ਚ ਬੈਠਾ ਤੇ ਕਿਸੇ ਨੂੰ ਇਹ ਸਿਰਫ ਇਹ ਲੱਗ ਰਿਹਾ ਵੀ ਸ਼ਾਇਦ ਗੁਰੂ ਨਾਨਕ ਨੇ ਮੈਨੂੰ ਲੱਭ ਲਿਆ ਤੇ ਦੂਜਾ ਸੋਚ ਰਿਹਾ ਵੀ ਮੈਨੂੰ ਲੱਭ ਲਿਆ ਹੋਣਾ, ਬਾਕੀ ਲੋਕੇ ਬੈਠੇ ਨੇ। ਮਤਲਬ ਹਰ ਸਿੱਧ, ਜਿਵੇਂ ਇੱਕ ਵਾਰੀ ਨਾ ਆਪਾਂ ਭਗਤ ਰਵਿਦਾਸ ਜੀ ਦਾ ਜੀਵਨ ਜਦੋਂ ਪੜ੍ਹਦੇ ਹਾਂ ਤੇ ਜਦੋਂ ਉਹਨਾਂ ਦੇ ਕੋਲ ਉਹਨਾਂ ਨੂੰ ਬ੍ਰਹਮ ਭੋਜ ਵਾਸਤੇ ਰਾਣੀ ਸੱਦਦੀ ਹੈ ਆਪਣੇ ਗ੍ਰਹਿ ਵਿਖੇ ਤੇ ਉੱਚ ਜਾਤੀ ਉੱਚ ਵਰਗ ਦੇ ਲੋਕ ਜਿਹੜੇ ਆਪਣੇ ਆਪ ਨੂੰ ਵੱਡੇ ਅਖਵਾਉਣ ਵਾਲੇ ਉਹ ਕਹਿੰਦੇ ਵੀ ਅਸੀਂ ਇਹਨਾਂ ਨਾਲ ਬਹਿ ਕੇ ਭੋਜਨ ਨਹੀਂ ਛਕਣਾ, ਇਨਕਾਰੀ ਹੋ ਜਾਂਦੇ। ਭਗਤ ਰਵਿਦਾਸ ਜੀ ਵੀ ਕਹਿ ਦਿੰਦੇ ਵੀ ਠੀਕ ਹੈ ਭਾਈ ਤੁਸੀਂ ਆਪਣਾ ਬੈਠੋ। ਉਹਨਾਂ ਨੇ ਰਾਣੀ ਨੂੰ ਵੀ ਸਮਝਾ ਦਿੱਤਾ ਵੀ ਕੋਈ ਗੱਲ ਨਹੀਂ, ਰਾਣੀ ਕਾਲੀ ਨੂੰ ਸਮਝਾਇਆ ਵੀ ਅਸੀਂ ਬਾਅਦ ਚ ਛਕ ਲਾਂਗੇ, ਕਿਹੜੀ ਵੱਡੀ ਗੱਲ ਹੈ। ਪਰ ਜਦੋਂ ਉਹ ਸਾਰੇ ਬੈਠਦੇ ਨੇ ਤੇ ਉਹਨਾਂ ਨੂੰ ਆਪਣੇ ਵਿਚਲੇ ਜਗ੍ਹਾ ਉੱਤੇ ਬੈਠੇ ਭਗਤ ਰਵਿਦਾਸ ਜੀ ਨਜ਼ਰੀ ਆਉਂਦੇ ਨੇ, ਹਰ ਪਾਸੇ ਵਿਆਪਕ ਦਿਸਦੇ। ਉਸੇ ਤਰ੍ਹਾਂ ਹੀ ਇਹਨਾਂ ਸਭਨਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਨਜ਼ਰੀ ਪਏ ਤੇ ਹਰ ਜੋਗੀ ਜਿਹੜਾ ਉਹ ਇਹ ਸੋਚ ਰਿਹਾ, ਭੰਗਰ ਲਖਿਓ, ਭੰਗਰਨਾਥ ਨੇ ਜਾਣਿਆ ਕਿ ਮੈਨੂੰ ਗੁਰੂ ਨਾਨਕ ਸਾਹਿਬ ਨੇ ਮੈਨੂੰ ਲੱਭ ਲਿਆ, ਬੜਾ ਪਛਤਾਇਆ ਉਹ। ਔਰ ਉਹਦੇ ਤੋਂ ਬਾਅਦ ਨਾ ਕਵੀ ਦੀ ਜ਼ਿਕਰ ਕਰਦੇ ਵੀ ਸ਼ੰਭੂਨਾਥ ਨੂੰ ਲੱਗਦਾ ਸੀ ਵੀ ਗੁਰੂ ਨਾਨਕ ਸਾਹਿਬ ਨੇ ਮੈਨੂੰ ਲੱਭਿਆ। ਇਸ ਤਰ੍ਹਾਂ ਸਾਰੇ ਸਿੱਧ ਆਪਸ ਦੇ ਅੰਦਰ ਇਹੋ ਸੋਚ ਰਹੇ ਹਨ। चंगर लंगर इस विद जानी मम डिग है मानी। ਇਸੇ ਤਰ੍ਹਾਂ ਚੰਗਰਨਾਥ ਜੀ, ਲੰਗਰਨਾਥ ਜੀ, ਉਰਮ ਧੂਰਮ ਸਾਰੇ ਜਿਹੜੇ ਛੁਪੇ ਸਨ ਉਹਨਾਂ ਸਾਰਿਆਂ ਨੇ ਇਹੋ ਮਹਿਸੂਸ ਕੀਤਾ ਵੀ ਸਾਨੂੰ ਹੀ ਗੁਰੂ ਨਾਨਕ ਨੇ ਲੱਭਿਆ ਹੈ। उते सित जे दुराने हारे सबने अपने निकट निहारे। ਉਹ ਸਾਰੇ ਜਿੱਥੋਂ ਜਾ ਕੇ ਲੁਕੇ ਸਨ ਨਾ ਬਾਪੂ ਨਾਨਕ ਜੀ ਦੇ ਉਸ ਕੌਤਕ ਸਦਕਾ ਸਾਰੇ ਉੱਥੇ ਜਾ ਕੇ ਖੜੋਗੇ।
ਉਹਨਾਂ ਨੇ ਸਾਰਿਆਂ ਨੂੰ ਵੇਖਿਆ ਜਦੋਂ ਆਪਣੇ ਨਾਲਦਿਆਂ ਨੂੰ ਆਪਸ ਵਿੱਚ ਹੁਣ ਸੁਭਾਵਿਕ ਦੀ ਗੱਲ ਹੈ ਵਿਚਾਰਦੀ ਹੋਈ ਹੋਏਗੀ, ਵਿਚਾਰ ਕਰਦੇ ਉਹਨਾਂ ਨੇ ਉਹ ਵੀ ਸਾਨੂੰ ਗੁਰੂ ਨਾਨਕ ਸਾਹਿਬ ਨੇ ਲੱਭਿਆ ਹੈ, ਉਹ ਵੀ ਕਹਿੰਦੇ ਵੀ ਗੁਰੂ ਨਾਨਕ ਨੇ ਸਾਨੂੰ ਲੱਭਿਆ। ਇਸ ਤਰ੍ਹਾਂ ਨਾਲ ਸਾਰੇ ਦੇ ਸਾਰੇ ਜਿੰਨੇ ਸਿੱਧ ਸਨ ਉਹ ਬੜੇ ਸ਼ਰਮਿੰਦਾ ਹੋਏ ਵੀ ਇਹ ਕਿਸ ਤਰ੍ਹਾਂ ਦਾ ਕੌਤਕ ਹੈ। ਅਸੀਂ ਤੇ ਸੋਚਿਆ ਸੀ ਵੀ ਸਾਡੇ ਕੋਲ ਬਹੁਤ ਵੱਡੀਆਂ ਕਰਾਮਾਤਾਂ ਨੇ, ਪਰ ਇਹ ਕਰਾਮਾਤ ਕੋਈ ਅਲੱਗ ਹੀ ਵਰਤੀ ਹੈ ਔਰ ਇਸ ਤਰੀਕੇ ਨਾਲ ਉਹ ਸਾਰੇ ਬਹੁਤ ਸ਼ਰਮਿੰਦਾ ਹੁੰਦੇ ਔਰ ਜਿਸ ਵਕਤ ਇੱਕ ਜਗ੍ਹਾ ਦੇ ਉੱਤੇ ਉਹ ਸਾਰਿਆਂ ਦੇ ਸਾਰੇ ਮੁੜ ਇਕੱਠੇ ਹੋ ਜਾਂਦੇ ਹਨ। श्री प्रभु तीन मैं बचन अलाए तुम खोजो मैं दूर हो जाए। ਹੁਣ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਤੁਹਾਡੀ ਵਾਰੀ, ਹੁਣ ਅਸੀਂ ਆਪਣਾ ਆਪਾਂ ਛੁਪਾਉਂਦੇ ਹਾਂ ਤੇ ਤੁਸੀਂ ਲੱਭ ਕੇ ਵਿਖਾਓ, ਕਿਉਂਕਿ ਪਹਿਲਾਂ ਉਹ ਕਹਿੰਦੇ ਵੀ ਤੁਸੀਂ ਲੁਕਾਓ ਅਸੀਂ ਲੱਭਾਂਗੇ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਪਹਿਲਾਂ ਤੁਹਾਡੀ ਵਾਰੀ। ਉਹ ਛੁਪੇ ਮਾਲਕ ਨੇ ਪ੍ਰਤੱਖ ਉੱਥੇ ਵਰਤ ਕੇ ਸਭ ਉਹ ਇਕੱਠੇ ਕੀਤੇ ਇੱਕ ਥਾਂ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਹੁਣ ਅਸੀਂ ਆਪਣਾ ਆਪਾਂ ਛੁਪਾਵਾਂਗੇ ਤੇ ਹੁਣ ਤੁਹਾਡੀ ਵਾਰੀ ਤੁਸੀਂ ਲੱਭ ਕੇ ਵਿਖਾਵੋ। जे न पावो इस विध करिए ले टका अरदास उचरिए। ਤੇ ਜੇ ਤੁਸੀਂ ਹਾਰ ਜਾਵੋ, ਮਾਲਕ ਨੇ ਸਾਨੂੰ ਪਹਿਲਾਂ ਹੀ ਪੱਖ ਰੱਖ ਦਿੱਤਾ ਵੀ ਜੇ ਤੁਸੀਂ ਸਾਨੂੰ ਨਾ ਲੱਭ ਸਕੇ, ਅਸੀਂ ਤੁਹਾਨੂੰ ਨਜ਼ਰੀ ਨਾ ਪਏ ਤੇ ਤੁਸੀਂ ਫਿਰ ਇਉਂ ਕਰਿਓ ਵੀ ਇੱਕ ਟਕਾ ਲੈ ਕੇ ਨਾ ਰੱਖ ਕੇ ਇੱਕ ਟਕਾ ਤੇ ਅਰਦਾਸ ਕਰਿਓ। ਅਰਦਾਸ ਕਰਕੇ ਤੇ ਫਿਰ ਮਾਲਕ ਪਾਤਸ਼ਾਹ ਅਗਾਂਹ ਜ਼ਿਕਰ ਕਰਦੇ ਹਨ। जब सिर लावोगे तर नाल देओ दरस तुमको तत्काल। ਜਦੋਂ ਇੱਕ ਟਕਾ ਰੱਖ ਕੇ ਅਰਦਾਸ ਕਰਕੇ ਤੇ ਆਪਣਾ ਸਿਰ ਲਾਓਗੇ ਧਰਤੀ ਨਾਲ ਜ਼ਮੀਨ ਨਾਲ, ਮਤਲਬ ਨਮਸਕਾਰ ਕਰੋਗੇ ਨਾ, ਫਿਰ ਤੁਹਾਨੂੰ ਉਸੇ ਵਕਤ ਪ੍ਰਤੱਖ ਅਸੀਂ ਦੀਦਾਰ ਤੇ ਦਰਸ਼ਨ ਦੇਵਾਂਗੇ। ਮਾਲਕ ਪਾਤਸ਼ਾਹ ਨੇ ਇਸ ਪ੍ਰਕਾਰ ਸਿੱਧਾਂ ਨਾਲ ਉੱਥੇ ਬਚਨ ਕੀਤੇ। अस कह पंच तत के माही देह मिलाए दीन चिन ताही। ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਠੀਕ ਉਸੇ ਤਰ੍ਹਾਂ ਜਿਵੇਂ ਪ੍ਰਚਾਰਕ ਫੇਰੀਆਂ ਦੇ ਉੱਤੇ ਜਾਣ ਤੋਂ ਪਹਿਲਾਂ ਮਾਲਕ ਪਾਤਸ਼ਾਹ ਜੀ ਨੇ ਵੇਈ ਨਦੀ ਦੇ ਅੰਦਰ ਆਪਣਾ ਆਪਾ ਅਲੋਪ ਕੀਤਾ ਸੀ, ਪੰਜਾਂ ਤੱਤਾਂ ਵਿੱਚ ਸਤਿਗੁਰੂ ਲਿਵਲੀਨ ਹੋਏ, ਉਸੇ ਤਰ੍ਹਾਂ ਮਾਲਕ ਪਾਤਸ਼ਾਹ ਨੇ ਇੱਥੇ ਵੀ ਕੌਤਕ ਵਰਤਾਇਆ ਤੇ ਆਪਣਾ ਆਪਾ ਪੰਜਾਂ ਤੱਤਾਂ ਦੇ ਅੰਦਰ ਸਤਿਗੁਰੂ ਜੀ ਲਿਵਲੀਨ ਕਰ ਲੈਂਦੇ ਹਨ। अंश लीन होयो करतारा जे सेवक गत देवनहारा। ਉਹ ਧੰਨ ਗੁਰੂ ਨਾਨਕ ਸਾਹਿਬ ਜੀ ਜਿਹੜੇ ਆਪਣੇ ਸੇਵਕਾਂ ਨੂੰ ਮੁਕਤੀ ਦੇਣ ਵਾਲੇ, ਆਪਣੇ ਸੇਵਕਾਂ ਦੇ ਉੱਤੇ ਬਖਸ਼ਿਸ਼ ਵਰਤਾਉਣ ਵਾਲੇ, ਉਹਨਾਂ ਨੇ ਆਪਣਾ ਆਪਾ ਫਿਰ ਸਿੱਧਾਂ ਦੇ ਕੋਲੋਂ ਛਪਾਉਣਾ ਕੀਤਾ। सिद्ध लगे खोजन समुदायी दशहु दिश मैं गमने ताई। ਉਹ ਹੁਣ ਆਪਣਾ ਜ਼ੋਰ ਲਾ ਕੇ ਲਾਉਣ, ਕੋਈ ਕਰਾਮਾਤ ਵਰਤਦਾ, ਕੋਈ ਕਿਸੇ ਸਰੀਰ ਵਿੱਚ ਉੱਡਿਆ ਫਿਰਦਾ, ਕੋਈ ਕਿਸੇ ਪਾਸੇ ਭੱਜਿਆ। ਕਵੀ ਜੀ ਕਹਿੰਦੇ ਵੀ ਦਸਾਂ ਦਿਸ਼ਾਵਾਂ ਦੇ ਵਿੱਚ ਸਾਰੇ ਸਿੱਧ ਵੱਖਰੇ ਵੱਖਰੇ ਹੋ ਗਏ ਵੀ ਵੇਖਦੇ ਆ ਕਿਹੜੀ ਦਿਸ਼ਾ ਵਿੱਚ ਉਹਨਾਂ ਨੇ ਆਪਣਾ ਆਪਾ ਛਪਾਇਆ, ਆਪਾਂ ਸਾਰੇ ਹੀ ਲੱਭਦੇ ਆ। ਸਾਡੇ ਕੋਲ ਸਭਨਾਂ ਕੋਲ ਵੱਖਰੀ ਵੱਖਰੀ ਕਰਾਮਾਤ ਹੈ, ਆਪਣੀਆਂ ਆਪਣੀਆਂ ਕਰਾਮਾਤਾਂ ਤੇ ਤਾਕਤਾਂ ਉਹ ਵਰਤਣ ਲੱਗੇ। बैठे कितको पावै नाही खोजत फिरे कठन थल माही। ਉਹ ਸਾਰੇ ਨਾ ਬਹੁਤ ਖੋਜਦੇ ਪਰ ਕਿਤੋਂ ਵੀ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਨਜ਼ਰੀ ਨਾ ਪਏ। ਉਹਨਾਂ ਨੇ ਕੇਵਲ ਸਿੱਧੇ ਦੇ ਅਸਥਾਨਾਂ ਤੇ ਨਹੀਂ ਲੱਭਿਆ ਵੀ ਦਸਾਂ ਦਿਸ਼ਾਵਾਂ ਵਿੱਚ ਹੀ ਉਹਨਾਂ ਨੇ ਆਪਣਾ ਪਲ ਪੋਇਆ ਹੋਣਾ। ਉਹਨਾਂ ਨੇ ਕਠਿਨ ਤੋਂ ਕਠਿਨ ਅਸਥਾਨ ਤੇ ਵੀ ਖੋਜ ਕੀਤੀ ਵੀ ਜਿੱਥੇ ਆਮ ਬੰਦਾ ਪਹੁੰਚ ਵੀ ਨਹੀਂ ਸਕਦਾ, ਉਸ ਅਸਥਾਨ ਦੇ ਉੱਤੇ ਜਾ ਕੇ ਵੀ ਉਹ ਗੁਰੂ ਨਾਨਕ ਸਾਹਿਬ ਨੂੰ ਖੋਜਦੇ ਹਨ। कानन सरिता सिंधु पहाड़ बीच गुफा जय बड़ो आधार। ਜੰਗਲਾਂ ਦੇ ਵਿੱਚ ਜਾ ਕੇ ਵੀ ਫਰੋਲਿਆ, ਨਦੀਆਂ ਵੀ ਜਾ ਕੇ ਲੱਭੀਆਂ, ਪਹਾੜਾਂ ਉੱਤੇ ਚੜ੍ਹ ਕੇ ਵੀ ਗੁਰੂ ਨਾਨਕ ਸਾਹਿਬ ਨੂੰ ਖੋਜਦੇ ਰਹੇ ਔਰ ਗੁਫਾਵਾਂ ਦੇ ਅੰਦਰ ਵੀ ਉਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਅਸਥਾਨਾਂ ਦੇ ਉੱਤੇ ਆਮ ਇਨਸਾਨ ਦੀ ਪਹੁੰਚ ਨਹੀਂ। ਉਹ ਗੁਫਾਵਾਂ ਜਿਹੜੀਆਂ ਕੁੱਪ ਹਨੇਰੇ ਨਾਲ ਭਰੀਆਂ ਨੇ, ਉਹ ਅਸਥਾਨ, ਉਹ ਪਹਾੜ ਜਿਨ੍ਹਾਂ ਤੇ ਇਨਸਾਨ ਚੜ੍ਹ ਨਹੀਂ ਸਕਦਾ, ਤੇ ਸਮੁੰਦਰ ਦੇ ਅੰਦਰ, ਨਦੀਆਂ ਦੇ ਵਿੱਚ ਤੇ ਜੰਗਲਾਂ ਅੰਦਰ ਜਾ ਕੇ ਵੀ ਸਿੱਧ ਖੋਜ ਪੜਤਾਲ ਕਰਦੇ ਹਨ। भये शमरित तिन कहूँ ना पायो फिर तयो शब को मन अकुलायो। ਬਹੁਤ ਕੋਸ਼ਿਸ਼ ਕੀਤੀ ਪਰ ਸਾਰੇ ਕੋਸ਼ਿਸ਼ਾਂ ਕਰਕੇ ਰਹੀਆਂ ਸਿੱਧੀਆਂ ਵਰਤ ਕੇ ਥੱਕ ਗਏ, ਹਾਰ ਗਏ। ਜਦੋਂ ਸਾਰੇ ਥੱਕ ਹਾਰ ਗਏ ਨਾ ਤੇ ਉਹਨਾਂ ਸਾਰਿਆਂ ਦੇ ਫਿਰਦਿਆਂ ਜਿਵੇਂ ਬੰਦਾ ਨਿਰਾਸ਼ ਜਾ ਹੋ ਜਾਂਦਾ, ਵਿਆਕੁਲ ਜਾ ਹੋ ਜਾਂਦਾ ਵੀ ਸਵੇਰ ਦੇ ਲੱਗੇ ਸਾਰਾ ਦਿਨ ਲੰਘ ਗਿਆ ਅਜੇ ਤੱਕ ਸਾਡੇ ਹੱਥ ਕੁਝ ਵੀ ਨਹੀਂ ਆਇਆ। ਉਹ ਸਾਰੇ ਬੜੇ ਵਿਆਕੁਲ ਜਿਹੇ ਹੋ ਗਏ। ਕਵੀ ਜੀ ਕਹਿੰਦੇ ਵੀ ਸਾਰਿਆਂ ਦੇ ਚਿੱਤ ਅਕੁਲਾ ਗਏ, ਵਿਆਕੁਲ ਹੋ ਗਏ, ਬੜੇ ਦੁਖੀ ਹੋ ਗਏ ਵੀ ਅਸੀਂ ਤੇ ਕੁਝ ਹੋਰ ਸੋਚਿਆ ਸੀ ਪਰ ਇਹ ਤੇ ਸਾਡਾ ਖੇਡ ਸਾਡੇ ਉੱਤੇ ਹੀ ਆਣ ਪਿਆ ਵੀ ਸਾਨੂੰ ਨਹੀਂ ਸੀ ਪਤਾ ਕਿ ਅਸੀਂ ਗੁਰੂ ਨਾਨਕ ਸਾਹਿਬ ਨੂੰ ਲੱਜਤ ਕਰਨ ਦੀ ਸੋਚ ਰੱਖੀ ਹੈ ਪਰ ਅਸੀਂ ਖੁਦ ਆਪ ਲੋਕਾਂ ਸਾਹਮਣੇ ਸ਼ਰਮਸਾਰ ਹੋ ਜਾਵਾਂਗੇ। ਔਰ ਉਹ ਸਾਰੇ ਹੀ ਹੁਣ ਆਪਣੇ ਅੰਦਰ ਇਹ ਵਿਚਾਰ ਰੱਖੀ ਬੈਠੇ ਵੀ ਮੰਗਲਨਾਥ ਨੇ ਸਮਝਾਇਆ ਵੀ ਬਹੁਤ ਪਰ ਅਸੀਂ ਮੰਨੀ ਇੱਕ ਨਹੀਂ, ਤੇ ਸ਼ਾਇਦ ਇਹ ਉਸੇ ਹੀ ਚੀਜ਼ ਦਾ ਨਤੀਜਾ ਹੈ ਕਿ ਅਸੀਂ ਮੰਨਣ ਤੋਂ ਇਨਕਾਰੀ ਹੋਏ ਹਾਂ। ਇਸ ਲਈ ਨਾ ਕਵੀ ਦੀ ਜ਼ਿਕਰ ਕਰਦੇ ਵੀ ਉਹ ਸਾਰੇ ਥੱਕ ਗਏ, ਬੜੇ ਵਿਆਕੁਲ ਹੋ ਗਏ ਜਦੋਂ ਕੁਝ ਵੀ ਉਹਨਾਂ ਦੇ ਹੱਥ ਨਾ ਆਇਆ। एक थल होए अरदास अलाई नमस्कार हित ग्रीव निभाई। ਜਿਵੇਂ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਵੀ ਜਿੱਥੇ ਜਦੋਂ ਥੱਕ ਜਾਓਗੇ ਜਾਂ ਹਾਰ ਜਾਓਗੇ ਨਾ ਉਦੋਂ ਬਾਅਦ ਅਰਦਾਸ ਕਰਕੇ ਤੇ ਸਿਰ ਨਵਾਇਓ। ਉਸੇ ਤਰ੍ਹਾਂ ਸਾਰੇ ਸਿੱਧ ਇੱਕ ਥਾਂ ਇਕੱਠੇ ਹੋਏ, ਇੱਕ ਟਕਾ ਲੈ ਕੇ ਉਹਨਾਂ ਰੱਖਿਆ ਧਰਤੀ ਦੇ ਉੱਤੇ, ਅਰਦਾਸ ਕੀਤੀ ਤੇ ਉਹ ਸਿੱਧ ਹੁਣ ਆਪਣਾ ਸਿਰ ਧਰਤੀ ਦੇ ਉੱਤੇ ਰੱਖਦੇ ਨੇ ਜਿਨ੍ਹਾਂ ਦੇ ਮਨ ਅੰਦਰ ਅਜੇ ਵੀ ਹੈ ਕਿ ਅਸੀਂ ਗੁਰੂ ਨਾਨਕ ਨੂੰ ਲੱਜਤ ਕਰਨਾ ਹੈ। ਬਸ ਇਉਂ ਕਹਿ ਲਓ ਮਜਬੂਰੀ ਵਸ ਹੋ ਕੇ ਉਹਨਾਂ ਦਾ ਚਿੱਤ ਨਹੀਂ ਚਾਹੁੰਦਾ ਕਿ ਅਸੀਂ ਸਿਰ ਨਵਾਈਏ, ਮਨ ਕਰਕੇ ਨਹੀਂ ਚਾਹੁੰਦੇ ਕਿ ਅਸੀਂ ਧਰਤੀ ਉੱਤੇ ਸਿਰ ਰੱਖੀਏ ਜਾਂ ਇਹ ਧਰਤੀ ਉੱਤੇ ਸਿਰ ਰੱਖਣ ਤੋਂ ਭਾਵ ਇਹੋ ਸੀ ਵੀ ਅਸੀਂ ਹੱਥ ਖੜੇ ਕਰਦੇ ਹਾਂ, ਅਸੀਂ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਕੁਝ ਨਹੀਂ ਹਾਂ। ਹੁਣ ਉਹਨਾਂ ਦੇ ਵਿੱਚੋਂ ਕਿਸੇ ਦਾ ਚਿੱਤ ਨਹੀਂ ਕਰਦਾ ਕਿ ਅਸੀਂ ਧਰਤੀ ਉੱਤੇ ਸਿਰ ਰੱਖੀਏ ਪਰ ਮਜਬੂਰੀ ਵਸ ਹੋ ਕੇ ਉਹ ਸਾਰੇ ਹੀ ਇਕੱਠੇ ਹੋ ਅਰਦਾਸ ਕਰਦੇ ਤੇ ਧਰ ਉੱਤੇ ਨਮਸਕਾਰ ਕਰਦੇ ਹਨ। तै चिन प्रगटे तुरत गुसाई देख सिद्ध उर्गे बिसमाई। ਤੇ ਉਸੇ ਵਕਤ ਸਾਹਿਬ ਜਿਵੇਂ ਮਾਲਕ ਜੀ ਨੇ ਆਖਿਆ ਸੀ ਵੀ ਤਤਸ਼ਿਨ ਤੁਹਾਨੂੰ ਦਰਸ਼ਨ ਦੇਵਾਂਗੇ, ਸਤਿਗੁਰੂ ਨੇ ਉਸੇ ਤਰ੍ਹਾਂ ਫਿਰ ਆਪਣੇ ਸੂਖਸ਼ਮ ਰੂਪ ਨੂੰ ਮੁੜ ਉਸੇ ਰੂਪ ਅੰਦਰ ਲੈ ਕੇ ਆਂਦਾ ਜਿਹਨੂੰ ਆਪਾਂ ਆਕਾਰ ਰੂਪ ਅੰਦਰ ਕਹਿ ਸਕਦੇ ਹਾਂ। ਜਦੋਂ ਸਤਿਗੁਰੂ ਜੀ ਦੇ ਦਰਸ਼ਨ ਹੋਏ ਨਾ ਤੇ ਸਾਰੇ ਦੇ ਸਾਰੇ ਸਿੱਧ ਬੜੇ ਸ਼ਰਮਿੰਦੇ ਹੁੰਦੇ ਔਰ ਬਹੁਤ ਲੱਜਤ ਹੁੰਦੇ ਹਨ। चले ना बल लजत होए रहे तुषण भये ना कछ बच रहे। ਕੋਈ ਬਲ ਨਹੀਂ ਚੱਲਿਆ, ਕੋਈ ਤਾਕਤ ਨਹੀਂ ਚੱਲੀ, ਸ਼ਰਮਿੰਦਗੀ ਤੋਂ ਬਿਨਾਂ ਹੁਣ ਕੁਝ ਹੈ ਵੀ ਨਹੀਂ ਸੀ ਤੇ ਕੁਝ ਬੋਲਣ ਜੋਗੇ ਵੀ ਨਹੀਂ ਸਨ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਕੁਝ ਨਹੀਂ ਸੀ ਆਖਿਆ। ਇਹਨਾਂ ਨੇ ਜਾ ਕੇ ਆਪ ਹੀ ਗੁਰੂ ਨਾਨਕ ਸਾਹਿਬ ਨਾਲ ਮੱਥਾ ਲਾਇਆ ਸੀ। ਹੁਣ ਆਪਣਾ ਕੀਤਾ ਆਪਣੇ ਸਿਰ ਉੱਤੇ ਹੀ ਆਣ ਪਿਆ ਜਿਸ ਕਰਕੇ ਕਿਸੇ ਦੇ ਸਾਹਮਣੇ ਇਹ ਬੋਲਣ ਜੋਗੇ ਵੀ ਨਾ ਰਹੇ। चपे चोर जियो उज दिखावन करियो चहित जिनके उर पावन। ਸਿਆਣੇ ਇੱਕ ਅਖਾਣ ਵਰਤਦੇ, ਇੱਕ ਚੋਰੀ ਤੇ ਉਤੋਂ ਸੀਨਾ ਜ਼ੋਰੀ। ਹੁਣ ਇਹਨਾਂ ਨੂੰ ਪਤਾ ਸੀ ਵੀ ਅਸੀਂ ਲੱਜਤ ਸ਼ਰਮ ਸਾਰੇ ਹਾਂ। ਹੁਣ ਇਹਨਾਂ ਨੇ ਨਾ ਦੂਜਾ ਤਰੀਕਾ ਸ਼ਾਮ ਦਾਮ ਹੁਣ ਦੰਡ ਦੇ ਉੱਤੇ ਆ ਗਏ ਵੀ ਅਸੀਂ ਪਿਆਰ ਨਾਲ ਵੀ ਗੱਲ ਕਰਕੇ ਵੇਖ ਲਈ ਵੀ ਇਹਨਾਂ ਨੇ ਵਿਚਾਰ ਚਰਚਾ ਤੇ ਵੀ ਸਾਨੂੰ ਦਿੱਤਾ ਨਹੀਂ ਦਿੱਤਾ, ਤਾਕਤ ਦੀ ਗੱਲ ਆਈ ਤੇ ਇਹਨਾਂ ਨੇ ਉਧਰੋਂ ਵੀ ਸਾਨੂੰ ਦਿੱਤਣ ਨਹੀਂ ਦਿੱਤਾ। ਹੁਣ ਇਹਨਾਂ ਨੇ ਦੂਜਾ ਰੂਪ ਧਾਰਨ ਕੀਤਾ ਜਿਸ ਕਰਕੇ ਕਵੀ ਦੀ ਜ਼ਿਕਰ ਕਰਦੇ ਵੀ ਚਪੇ ਚੋਰ ਜਿਉਂ ਓਜ ਦਿਖਾਵਣ, ਚੋਰਾਂ ਦੇ ਵਾਂਗੂ ਨਾ ਆਪਣਾ ਓਜ ਵਿਖਾਉਣ ਲੱਗੇ, ਆਪਣੀ ਤਾਕਤ ਆਪਣਾ ਬਲ ਇਹ ਦਿਖਾਉਣ ਲੱਗਦੇ ਹਨ। भगन पर ही गर्भ डुबाए समता हित को हृदय रिसाए। ਇਹ ਚਾਹੁੰਦੇ ਨੇ ਵੀ ਹੁਣ ਅਸੀਂ ਅਜੇ ਵੀ ਗੁਰੂ ਨਾਨਕ ਸਾਹਿਬ ਨੂੰ ਨੀਵਾਂ ਵਿਖਾਉਣਾ, ਅਜੇ ਵੀ ਬਾਬੇ ਨਾਨਕ ਦੇ ਚਰਨਾਂ ਤੇ ਸਿਰ ਨਵਾਉਣ ਨੂੰ ਤਿਆਰ ਨਹੀਂ। ਜਿਹੜੇ ਗਰਭ ਵਿੱਚ ਡੁੱਬੇ ਹੋਏ ਨੇ, ਹੰਕਾਰ ਵਿੱਚ ਡੁੱਬੇ ਹੋਏ ਨੇ, ਹੰਕਾਰ ਵਿੱਚ ਡੁੱਬੇ ਹੋਏ ਜਿਹੜੇ ਨਾ ਸਮਤਾ ਹਿਤ ਕੋ ਹ੍ਰਿਦੈ ਰਿਸਾਏ ਸਾਰੇ ਕ੍ਰੋਧ ਦੇ ਵਿੱਚ ਬਹਿ ਰਹੇ ਹਨ। सबै सित जो ईर्खा को करह नहीं पाओ कैसो सो रिद तरह। ਹੁਣ ਜਿਨ੍ਹਾਂ ਦੇ ਮਨ ਅੰਦਰ ਭਰੀ ਈਰਖਾ ਹੋਈ ਹੈ ਉਹਨਾਂ ਦੇ ਮਨ ਵਿੱਚ ਪ੍ਰੇਮ ਕਿੱਥੋਂ ਆਏਗਾ, ਪਿਆਰ ਕਿੱਥੋਂ ਆਏਗਾ? ਜਿਸ ਕਰਕੇ ਈਰਖਾ ਵਸ ਹੋਏ ਇਹਨਾਂ ਨੇ ਰਤਾ ਮਾਤਰ ਵੀ ਭਾਵੋ ਗੁਰੂ ਨਾਨਕ ਸਾਹਿਬ ਦੇ ਪ੍ਰਤੀ
ਨਹੀਂ ਲੈ ਕੇ ਆਂਦਾ ਆਪਣੇ ਹਿਰਦਿਆਂ ਵਿੱਚ। 부ਜੈ ਨ 부ਝਾਈ ਬਰੀ ਹੈ ਅਪਾਰਾ ਤਬੈ ਰੂਪ ਧਾਰੇ ਅਣਕੇ ਪ੍ਰਕਾਰਾ। ਤੇ ਇਹਨਾਂ ਦੇ ਅੰਦਰ ਈਰਖਾ ਦੀ ਅੱਗ ਐਸੀ ਬਲ ਰਹੀ ਹੈ, ਕਵੀ ਜੀ ਕਹਿੰਦੇ ਵੀ ਉਹ ਅੱਗ ਬੁਝਾਇਆ ਵੀ ਬੁਝ ਨਹੀਂ ਰਹੀ, ਇੰਨੀ ਭਿਆਨਕ ਅੱਗ ਬਲ ਰਹੀ, ਜਿਸ ਕਰਕੇ ਇਹਨਾਂ ਨੇ ਉਸ ਅੱਗ ਦਾ ਮਤਲਬ ਉਹ ਈਰਖਾ ਜਿਹੜੀ ਨਾ ਉਹਨੂੰ ਕੱਢਣ ਵਾਸਤੇ, ਆਪਣੀ ਈਰਖਾ ਵਸ ਹੋ ਕੇ, ਕ੍ਰੋਧ ਵਸ ਹੋਏ ਗੁਰੂ ਨਾਨਕ ਸਾਹਿਬ ਤੋਂ ਬਦਲਾ ਲੈਣ ਵਾਸਤੇ ਇਹਨਾਂ ਨੇ ਨਾ ਅਨੇਕਾਂ ਪ੍ਰਕਾਰ ਦੇ ਕਰਮ ਕੀਤੇ। ਤੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਅਨੇਕਾਂ ਰੂਪ ਧਾਰਨ ਕਰ ਲਏ, ਆਪਣੇ ਸਰੀਰਾਂ ਦੇ ਨਾ ਵੱਖਰੇ ਵੱਖਰੇ ਰੂਪ ਬਣਾ ਲਏ। ਹੁਣ ਖਿਆਲ ਕਰਿਓ, ਅਕਸਰ ਆਪ ਜੀ ਨਾਲ ਜ਼ਿਕਰ ਕਰਦੇ ਹਾਂ ਰਿੱਧੀਆਂ ਸਿੱਧੀਆਂ ਔਰ ਨਿਧੀਆਂ ਦਾ ਜ਼ਿਕਰ ਕਰੀਦਾ ਹੈ। ਇਹ ਤਾਕਤਾਂ ਉਹ ਨੇ ਜਿਹੜੀਆਂ ਸਰੀਰ ਦੇ ਨਾਲ ਹਾਸਲ ਕਰਕੇ ਰਿੱਧੀਆਂ ਦੇ ਸਦਕਾ ਕਿ ਆਪਣੇ ਆਕਾਰ ਨੂੰ, ਸਰੀਰ ਨੂੰ ਕਿਸੇ ਵੀ ਪ੍ਰਕਾਰ ਦਾ ਬਣਾਇਆ ਜਾ ਸਕਦਾ ਹੈ। ਇਹ ਸਿੱਧਾਂ ਕੋਲ ਸਾਰੀ ਤਾਕਤ ਹੈ ਤੇ ਇਹਨਾਂ ਨੇ ਉਸ ਤਾਕਤ ਦੀ ਵਰਤੋਂ ਕੀਤੀ ਤੇ ਤਾਕਤ ਦੀ ਵਰਤੋਂ ਕਰਦਿਆਂ ਨਾ ਆਪਣੇ ਸਰੀਰਾਂ ਦੇ ਰੂਪ ਜਿਹੜੇ ਉਹਨਾਂ ਨੂੰ ਤਬਦੀਲ ਕਰ ਲਿਆ। ਬੜੇ ਭਿਆਨਕ ਰੂਪ ਧਾਰਨ ਕੀਤੇ। ਭਿਆਨਕ ਰੂਪ ਧਾਰਨ ਕਰਨ ਦੇ ਨਾਲ ਨਾਲ ਇਹਨਾਂ ਨੇ ਉਹ ਸਰੀਰਾਂ ਦਾ ਆਕਾਰ ਵੀ ਤਬਦੀਲ ਕਰ ਲਿਆ ਤੇ ਗੁਰੂ ਨਾਨਕ ਸਾਹਿਬ ਨੂੰ ਡਰਾਉਣ ਵਾਸਤੇ ਹੁਣ ਇਹ ਕੋਸ਼ਿਸ਼ ਕਰਦੇ ਹਨ। ਭਏ ਸਿੰਘ ਕਉ ਬਗੇਲਾ ਬਣਿਆ ਕਿਤੇ ਬਣ ਪਖੈ ਕੁਬੈ ਨਾ ਬਣਿਆ। ਕਿਸੇ ਨੇ ਕਿਸੇ ਤਰ੍ਹਾਂ ਦਾ ਰੂਪ ਧਾਰਨ ਕੀਤਾ, ਕਿਸੇ ਨੇ ਕਿਸੇ ਤਰ੍ਹਾਂ ਦਾ, ਕੋਈ ਜਾਨਵਰ ਦਾ ਰੂਪ ਧਾਰਨ ਕਰ ਲੈਂਦਾ, ਕੋਈ ਸ਼ਿਕਾਰੀ ਜਾਨਵਰ ਦੇ ਰੂਪ ਵਿੱਚ ਆ ਜਾਂਦਾ ਹੈ। ਮਤਲਬ ਆਪਣੇ ਸਰੀਰ ਦੀ ਤਾਕਤ ਸਦਕਾ, ਰਿਧੀਆਂ ਦੀ ਤਾਕਤ ਸਦਕਾ ਨਾ ਇਹਨਾਂ ਨੇ ਆਪਣੇ ਸਰੀਰਕ ਆਕਾਰ ਜਿਹੜੇ ਉਹਨਾਂ ਨੂੰ ਤਬਦੀਲ ਕਰਦੇ ਆ, ਉਹਨਾਂ ਦਾ ਰੂਪ ਬਦਲਦੇ ਆ ਵੀ ਅਸੀਂ ਲੋਕਾਂ ਨੂੰ ਡਰਾਵਾਂਗੇ, ਜਿਹੜੇ ਲੋਕਾਂ ਨੇ ਗੁਰੂ ਨਾਨਕ ਅੱਗੇ ਸਿਰ ਨਵਾਏ ਉਹਨਾਂ ਨੂੰ ਡਰਾ ਕੇ ਆਪਣੇ ਵੱਲ ਕਰਾਂਗੇ। ਇਹ ਸਾਰੀਆਂ ਕੋਸ਼ਿਸ਼ਾਂ ਯਤਨ ਫਿਰ ਕਰਦੇ ਹਨ। ਕਿਤੇ ਕੰਧ ਅਰੁੱਡ ਹਵੈ ਕੈ ਭਗਾਵੈ ਮਿਰਗਾਨੀ ਲਈ ਕੋ ਆਕਾਸ਼ੈ ਉਡਾਵੈ। ਕੋਈ ਕਿਸੇ ਪ੍ਰਕਾਰ ਕਿਸੇ ਪਾਸੇ ਚੜਿਆ ਫਿਰਦਾ, ਕੋਈ ਆਕਾਸ਼ ਵਿੱਚ ਉੱਡਿਆ ਫਿਰਦਾ। ਇਸ ਤਰੀਕੇ ਆਪਣੇ ਸਰੀਰਾਂ ਨਾਲ ਇਹਨਾਂ ਨੇ ਕਰਮ ਕੀਤੇ। ਭਏ ਭਨੰਗ ਵੇਖ ਦੇਖੈ ਭਿਆਨਾ ਤੁਰ ਕੈ ਫੁਰ ਕੈ ਕੇ ਸੁਕੈ ਮਹਾਨਾ। ਕੋਈ ਕਿਸੇ ਤਰ੍ਹਾਂ ਦੇ ਪੰਛੀ ਦਾ ਰੂਪ ਧਾਰਨ ਕਰ ਲੈਂਦਾ, ਕੋਈ ਸਰਪ ਦਾ ਰੂਪ ਧਾਰਨ ਕਰਕੇ ਨਾ ਐ ਆਸੇ-ਪਾਸੇ ਤੁਰੇ ਫਿਰਦੇ ਵੀ ਹੁਣ ਲੋਕ ਸਾਡੇ ਤੋਂ ਡਰਨਗੇ ਵੀ ਸਾਡੇ ਕੋਲ ਤਾਕਤਾਂ ਬੜੀਆਂ ਨੇ। ਤੇ ਗੁਰੂ ਨਾਨਕ ਸਾਹਿਬ ਨੇ ਇਹਨਾਂ ਤਾਕਤਾਂ ਨੂੰ ਵੇਖ ਕੇ ਉਹਨਾਂ ਨੇ ਵੀ ਮਨ 'ਚ ਖੌਫ ਰੱਖ ਜਾਣਾ ਵੀ ਉਹ ਕੀ ਜਾਣਦੇ ਇਹਨਾਂ ਤਾਕਤਾਂ ਨੂੰ। ਇਦਾਂ ਦੀ ਸੋਚ ਲੈ ਕੇ ਨਾ ਇਹ ਕੋਸ਼ਿਸ਼ ਬਹੁਤ ਕਰ ਰਹੇ ਵੀ ਗੁਰੂ ਨਾਨਕ ਸਾਹਿਬ ਨੂੰ ਹੀ ਲੱਜਤ ਕਰੀਏ ਤੇ ਆਪਣੇ ਅੱਗੇ ਅਸੀਂ ਨਿਭਾ ਲਈਏ। ਇਨੈ ਤੁੰਡ ਦੇਹੀ ਕਰੀਆ ਵਿਸਾਲਾ ਉਡੈ ਕੋ ਆਕਾਸ਼ੰ ਲੈ ਹਾਥ ਜਵਾਲਾ। ਕੋਈ ਆਪਣੇ ਕੋਲੋਂ ਅੱਗ ਦੀ ਵਰਤੋਂ ਕਰੀ ਜਾਂਦਾ ਔਰ ਕੋਈ ਆਕਾਸ਼ ਵਿੱਚ ਉੱਡੀ ਜਾਂਦਾ ਹੈ। ਇਸ ਤਰ੍ਹਾਂ ਦੀ ਸਾਰੇ ਦੇ ਸਾਰੇ ਢੰਗ ਉਹ ਵਰਤ ਰਹੇ ਹਨ। ਕਿਲਕਾਰਤਕ ਕੇਤਿਕ ਰੋਖ ਦੇ ਨਭ ਬੀਜ ਕੀਤੇ ਥਿਰ ਹੋਏ ਰਹੇ। ਔਰ ਇਸੇ ਤਰ੍ਹਾਂ ਉਹਨਾਂ ਨੇ ਕਵੀ ਜੀ ਨੇ ਜ਼ਿਕਰ ਕੀਤਾ ਵੀ ਕੋਈ ਉੱਚੀ ਉੱਚੀ ਚੀਕ ਤੇ ਹਾੜੀ ਰੂਪ ਵਿੱਚੋਂ ਕਿਲਕੀ ਜਾਂਦਾ ਹੈ, ਮਤਲਬ ਉੱਚੀ ਉੱਚੀ ਰੌਲਾ ਪਾ ਰਿਹਾ। ਔਰ ਕੋਈ ਆਕਾਸ਼ ਦੇ ਅੰਦਰ ਸਥਿਰ ਹੋ ਕੇ ਇੱਕ ਥਾਂ ਦੇ ਉੱਤੇ ਖੜੋ ਗਿਆ ਵੀ ਮੇਰੇ ਤੋਂ ਲੋਕ ਖੌਫ ਖਾਣਗੇ, ਲੋਕ ਮੇਰੇ ਕੋਲੋਂ ਡਰਨਗੇ। ਔਰ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜਿਨ੍ਹਾਂ ਕੋਲ ਆਧਾਰ ਹੈ, ਆਸਰਾ ਹੈ, ਅਗਾਂਹ ਫਿਰ ਕਵੀ ਜੀ ਜ਼ਿਕਰ ਕਰਦੇ ਹਨ। ਬਰਖਾਵਤ ਪਾਵਕ ਕੋ ਧਰਣੀ ਜਲ ਬੀਜ ਤਰੈ ਜਮ ਹਵੈ ਤਰਣੀ। ਬਹੁਤ ਤੇਜ਼ ਉਹਨਾਂ ਨੇ ਵਰਖਾ ਜਿਹੜੀ ਨਾ ਪਾਣੀ ਦੀਆਂ ਬੂੰਦਾਂ ਦੀ ਥਾਂ ਅੱਗ ਦੀ ਵਰਖਾ ਉਹਨਾਂ ਨੇ ਕਰਨ ਲਾਤੀ। ਤੇ ਕੋਈ ਨਦੀ ਦੇ ਉੱਤੇ ਇਦਾਂ ਤੈਰੀ ਜਾਂਦਾ ਜਿਵੇਂ ਇੱਕ ਕਿਸ਼ਤੀ ਤੈਰ ਰਹੀ ਹੋਵੇ, ਕਿਸ਼ਤੀ ਚੱਲ ਰਹੀ ਹੋਵੇ, ਉਦਾਂ ਤੁਰਿਆ ਜਾਂਦਾ ਨਦੀ ਦੇ ਉੱਤੇ। ਇਸ ਤਰ੍ਹਾਂ ਆਪਣੀਆਂ ਤਾਕਤਾਂ ਵਿਖਾਉਂਦੇ ਹਨ। ਲਗ ਰੂਪ ਕਿਤੇ ਦਰਸਾਏ ਨਹੀਂ ਨਿਜ ਮੰਤਰਣ ਜੰਤਰੰ ਕਤਰੰ ਸਹੀ। ਕਿਸੇ ਨੇ ਆਪਣਾ ਇੰਨਾ ਕੁ ਛੋਟਾ ਰੂਪ ਕਰ ਲਿਆ ਵੀ ਦਿਸਦਾ ਹੀ ਨਹੀਂ। ਆਪਣੇ ਜੰਤਰ ਮੰਤਰ ਸਾਰਾ ਕੁਝ ਹੀ ਕਰੀ ਜਾਂਦੇ ਨੇ ਵੀ ਸ਼ਾਇਦ ਸਾਡੇ ਜੰਤਰ ਮੰਤਰਾਂ ਨਾਲ ਸਾਰੀ ਖੇਡ ਬਣਾਵੇ। ਇਸ ਤਰ੍ਹਾਂ ਉਹ ਆਪਣਾ ਬਲ ਵਰਤ ਰਹੇ ਹਨ। ਉਹ ਲੋਕ ਵਿਖੈ ਬੜ ਪੀਰ ਜਾਂ ਸਭ ਕੋ ਡਰਾ ਪਾਵੈ ਦੇਖ ਤਹਾਂ। ਹੁਣ ਇਹ ਸੋਚ ਰੱਖੀ ਵੀ ਜਿੱਥੇ ਬਹੁਤ ਭੀੜ ਹੈ ਨਾ ਗੁਰੂ ਨਾਨਕ ਸਾਹਿਬ ਦੇ ਕੋਲ, ਵੀ ਉੱਥੇ ਲੋਕਾਂ ਨੂੰ ਡਰਾਉਣਾ ਆਪਾਂ ਜਿੰਨੇ ਉੱਥੇ ਖੜੇ ਹਨ। ਦੇਖ ਸਰੂਪ ਭਿਆਨਕ ਡਰ ਪੇ ਲੋਕ ਵਿਸਾਲ। ਹੁਣ ਕਈ ਐਸੇ ਵੀ ਸਨ ਜਿਹੜੇ ਉੱਥੇ ਇਸ ਤਰ੍ਹਾਂ ਦੇ ਸਰੂਪ ਵੇਖ ਕੇ, ਭਿਆਨਕ ਰੂਪ ਵੇਖ ਕੇ ਆਪਣੇ ਮਨਾਂ ਅੰਦਰ ਜਿੰਨਾ ਡਰ ਵੀ ਰੱਖਿਆ। ਇਤ ਉਤਤ ਕੈ ਪਲਾਇਣ ਧੀਰਜ ਦਈ ਕਿਰਪਾਲ। ਤੇ ਇਧਰ ਉਧਰ ਭੱਜ ਕੇ ਦੌੜ ਕੇ ਤੇ ਉਹ ਆਪਣਾ ਡਰ ਦੂਰ ਕਰਨਾ ਚਾਹੁੰਦੇ, ਪਰ ਧੰਨ ਗੁਰੂ ਨਾਨਕ ਸਾਹਿਬ ਨੇ ਫਿਰ ਸਭਨਾਂ ਨੂੰ ਧੀਰਜ ਦਿੱਤਾ, ਸਭਨਾਂ ਨੂੰ ਪ੍ਰਭਾਸ ਦਿੰਦਿਆਂ ਹੋਇਆਂ ਕਿਰਪਾਲੂ ਸਤਿਗੁਰੂ ਦੀ ਵਚਨ ਕਰਦੇ ਹਨ। ਗੁਰੂ ਅਜੀਤੇ ਸੋ ਕਹਿਓ ਸਭ ਨਰ ਕੇ ਚੌਪੁਰ। ਔਰ ਉਸ ਵਕਤ ਨਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਭਾਈ ਅਜਿੱਤਾ ਜੀ ਵੀ ਉੱਥੇ ਨੇ, ਉਹਨਾਂ ਸਮੇਤ ਜਿਤਨੇ ਵੀ ਲੋਕ ਉੱਥੇ ਨੇ ਉਹਨਾਂ ਸਭਨਾਂ ਨੂੰ ਫਿਰ ਆਖਦੇ ਹਨ, ਉੱਠ ਕੇ ਕਰਦੇ ਕਰ ਤੂੰ ਵਾਹਿਗੁਰੂ ਮੁਖ ਢੇਰ। ਔਰ ਸਭਨਾਂ ਨੂੰ ਆਖਦਿਆਂ ਹੋਇਆਂ ਇੱਕ ਅਕਾਲ ਪੁਰਖ ਪਰਮੇਸ਼ਵਰ ਦੇ ਆਸਰੇ ਔਰ ਸਹਾਰੇ ਦੀ ਬਾਤ ਜਿਹੜੀ ਉਹ ਲੈਣ ਵਾਸਤੇ ਕਹਿ ਲੋ, ਜਾਂ ਅਕਾਲ ਪੁਰਖ ਤੇ ਭਰੋਸੇ ਦੀ ਬਾਤ ਸਤਿਗੁਰੂ ਜੀ ਆਖਦੇ। ਜਦੋਂ ਮਾਲਕ ਨੇ ਇਸ ਪ੍ਰਕਾਰ ਸਭਨਾਂ ਨੂੰ ਭਰੋਸੇ ਦੀ ਬਾਤ ਉੱਥੇ ਆਖੀ, ਸਿੱਧਾਂ ਨੇ ਆਪਣਾ ਜ਼ੋਰ ਲਾ ਲਿਆ, ਪਰ ਉਹਨਾਂ ਸਾਰਿਆਂ ਦਾ ਲਾਇਆ ਹੋਇਆ ਜ਼ੋਰ ਕਿਸੇ ਵੀ ਕੰਮ ਨਾ ਆਇਆ। ਅਖੀਰ ਜਦੋਂ ਉਹਨਾਂ ਦੇ ਭਿਆਨਕ ਰੂਪਾਂ ਦਾ, ਵੱਖਰੀਆਂ ਤਾਕਤਾਂ ਦਾ ਪ੍ਰਭਾਵ ਵੀ ਗੁਰੂ ਨਾਨਕ ਸਾਹਿਬ ਤੇ ਨਾ ਪਿਆ ਤੇ ਉਹ ਸਾਰੇ ਫਿਰ ਉਹਨਾਂ ਦੇ ਕੋਲ ਹੋਰ ਕੋਈ ਤਰੀਕਾ ਤੇ ਢੰਗ ਨਹੀਂ ਸੀ ਬਚਿਆ ਸਿਵਾਏ ਧੰਨ ਗੁਰੂ ਨਾਨਕ ਸਾਹਿਬ ਅੱਗੇ ਆ ਕੇ ਨਿਵਣ ਤੋਂ। ਤੇ ਉਹ ਸਾਰੇ ਆ ਕੇ ਆਪਣੀਆਂ ਤਾਕਤਾਂ ਛੱਡਦਿਆਂ ਹੋਇਆਂ, ਕਿਉਂਕਿ ਕਵੀ ਜੀ ਨੇ ਜ਼ਿਕਰ ਕੀਤਾ ਵੀ ਉਹ ਜਿਹੜੀਆਂ ਤਾਕਤਾਂ ਦੇ ਸਿਰ ਉੱਤੇ ਉੱਡੇ ਫਿਰਦੇ ਸਨ ਰਿੱਧੀਆਂ ਸਿੱਧੀਆਂ ਕਰਕੇ, ਉਹ ਸਾਰੀਆਂ ਰਿੱਧੀਆਂ ਸਿੱਧੀਆਂ ਜੇ ਪਰਮੇਸ਼ਵਰ ਦਿੰਦਾ ਹੈ ਤੇ ਪਰਮੇਸ਼ਵਰ ਲੈਣ ਦੀ ਸਮਰੱਥਾ ਵੀ ਰੱਖਦਾ ਹੈ, ਉਹ ਸਾਰੀਆਂ ਤਾਕਤਾਂ ਉਹਨਾਂ ਕੋਲ ਜਾਂਦੀਆਂ ਰਹੀਆਂ, ਜਿਸ ਕਰਕੇ ਉਹ ਸਾਰੇ ਨਿਰਾਸ਼ ਹੋਏ ਤੇ ਗੁਰੂ ਨਾਨਕ ਸਾਹਿਬ ਅੱਗੇ ਆ ਕੇ ਨਿਭ ਜਾਂਦੇ ਨੇ, ਕਿਉਂਕਿ ਨਾ ਤੇ ਹੁਣ ਕੋਈ ਤਾਕਤ ਸੀ ਤੇ ਨਾ ਕੋਈ ਸਮਰੱਥਾ, ਜਿਸ ਕਰਕੇ ਉਹ ਸਭਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਅੱਗੇ ਸਿਰ ਨਵਾ ਕੇ ਆਪਣਾ ਆਪਾ ਗੁਰੂ ਨਾਨਕ ਸਾਹਿਬ ਅੱਗੇ ਰੱਖ ਦਿੱਤਾ, ਆਪਣਾ ਆਪਾ ਝੁਕਾ ਦਿੱਤਾ। ਤੇ ਸਾਰੇ ਹੀ ਧੰਨ ਗੁਰੂ ਨਾਨਕ ਸਾਹਿਬ ਦੇ ਸਨਮੁਖ ਹੋ ਕੇ ਨਾਲੇ ਖਿਮਾ ਮੰਗਦੇ, ਨਾਲੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰਦੇ। ਅਗਾਂਹ ਕਿਵੇਂ ਸਾਰਾ ਕੌਤਕ ਵਰਤਦਾ ਹੈ ਆਪ ਸੰਗਤਾਂ ਅਗਲੇਰੇ ਦੀਵਾਨਾਂ ਦੇ ਅੰਦਰ ਸਰਵਣ ਕਰੋਗੀਆਂ। ਨਾਲ ਆਪਾਂ ਭਗਤ ਕਬੀਰ ਸਾਹਿਬ ਜੀ ਦੇ ਜੀਵਨ ਵਿੱਚੋਂ ਵੀ ਕੁਝ ਵਿਚਾਰਾਂ ਸਾਂਝੀਆਂ ਕਰਦੇ ਚੱਲੀਏ। ਜਦੋਂ ਭਗਤ ਸਾਹਿਬਾਨਾਂ ਦਾ ਜ਼ਿਕਰ ਕਰਦੇ ਹਾਂ, ਜਦੋਂ ਗੁਰਬਾਣੀ ਪੜ੍ਹਦੇ ਹਾਂ ਨਾ, ਤੇ ਗੁਰਬਾਣੀ ਦੇ ਅੰਦਰ ਜਿਵੇਂ ਗੁਰੂ ਸਾਹਿਬਾਨਾਂ ਦੇ ਵਿੱਚੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਾਣੀ ਸਭ ਤੋਂ ਵਧੇਕ ਹੈ, ਇਸੇ ਤਰ੍ਹਾਂ ਭਗਤ ਸਾਹਿਬਾਨਾਂ ਦੇ ਵਿੱਚੋਂ ਸਭ ਤੋਂ ਵਧੇਕ ਬਾਣੀ ਭਗਤ ਕਬੀਰ ਸਾਹਿਬ ਦੀ ਹੈ। ਔਰ ਜਦੋਂ ਭਗਤ ਬਾਣੀ ਸ਼ੁਰੂ ਹੁੰਦੀ ਹੈ ਰਾਗ ਦੀ ਸੰਪੂਰਨਤਾ ਦੇ ਉੱਤੇ, ਤੇ ਸਭ ਤੋਂ ਪਹਿਲਾਂ ਬਾਣੀ ਵੀ ਭਗਤ ਕਬੀਰ ਸਾਹਿਬ ਦੀ ਹੀ ਦਰਜ ਹੈ। ਮਤਲਬ ਜਦੋਂ ਰਾਗ ਦੀ ਸੰਪੂਰਨਤਾ ਦੇ ਵਾਲੇ ਪਾਸੇ ਆਪਾਂ ਵਧਦੇ ਹਾਂ, ਕਿਸੇ ਵੀ ਰਾਗ ਦੀ, ਜਿਸ ਰਾਗ ਵਿੱਚ ਭਗਤ ਬਾਣੀ ਹੈ, ਉਸ ਰਾਗ ਦੇ ਅੰਦਰ ਜਦੋਂ ਭਗਤ ਬਾਣੀ ਆਰੰਭ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਬਾਬਾ ਕਬੀਰ ਸਾਹਿਬ ਦੇ ਸ਼ਬਦਾਂ ਤੋਂ ਹੀ ਆਰੰਭਤਾ ਹੁੰਦੀ ਹੈ। ਭਗਤ ਕਬੀਰ ਸਾਹਿਬ ਜੀ ਸ਼੍ਰੋਮਣੀ ਭਗਤਾਂ ਦੇ ਵਿੱਚੋਂ 15 ਭਗਤ ਸਾਹਿਬਾਨਾਂ ਦੇ ਵਿੱਚ ਉਹ ਵੀ ਨੇ, ਔਰ ਭਗਤੀ ਲਹਿਰ ਦੇ ਮੋਢੀਆਂ ਵਿੱਚੋਂ ਵੀ ਉਹਨਾਂ ਨੂੰ ਜਾਣਿਆ ਜਾਂਦਾ ਹੈ। ਭਗਤੀ ਲਹਿਰ ਦੇ ਮੋਢੀ ਜਿਹੜੇ, ਜਦੋਂ ਭਗਤੀ ਲਹਿਰ ਦਾ ਇਤਿਹਾਸ ਪੜ੍ਹਦੇ ਆ ਨਾ, ਤੇ ਭਗਤੀ ਲਹਿਰ ਦੇ ਅੰਦਰ ਭਗਤ ਕਬੀਰ ਸਾਹਿਬ, ਭਗਤ ਰਵਿਦਾਸ ਜੀ, ਗੁਰੂ ਨਾਨਕ ਸਾਹਿਬ, ਇਹਨਾਂ ਸਾਰੀਆਂ ਸ਼ਖਸੀਅਤਾਂ ਦਾ ਜ਼ਿਕਰ ਆਉਂਦਾ, ਜਿਨ੍ਹਾਂ ਭਗਤੀ ਲਹਿਰ ਦੀ ਮੁੱਢ ਕਹਿ ਲਓ ਸ਼ੁਰੂਆਤ ਕੀਤੀ ਜਾਂ ਭਗਤੀ ਲਹਿਰ ਨੂੰ ਪ੍ਰਾਰੰਭਿਆ ਜਿਨ੍ਹਾਂ ਨੇ। ਇਹ ਉਹ ਲਹਿਰ ਸੀ ਜਿਹੜੀ ਸਮਾਜ ਦੇ ਅੰਦਰ, ਜਿਵੇਂ ਆਪਾਂ ਹਾਲਾਤਾਂ ਮੁਤਾਬਕ, ਸਮੇਂ ਮੁਤਾਬਕ ਇੱਕ ਲਹਿਰ ਉੱਠਦੀ ਨਾ, ਜਿਹਨੂੰ ਅਸੀਂ ਕ੍ਰਾਂਤੀਕਾਰੀ ਲਹਿਰ ਕਹਿ ਦਿੰਦੇ ਹਾਂ, ਇਹ ਉਸੇ ਤਰ੍ਹਾਂ ਉਹ ਲਹਿਰ ਸੀ ਜਿਹੜੀ ਕ੍ਰਾਂਤੀਕਾਰੀ ਲਹਿਰ ਹੈ।
ਕਿਉਂਕਿ ਜਿੰਨੇ ਲੋਕ ਲਕੀਰ ਦੇ ਫਕੀਰ ਬਣੇ ਹੋਏ ਸਨ ਉਹਨਾਂ ਸਾਰਿਆਂ ਨੂੰ ਲਕੀਰ ਦੇ ਫਕੀਰ ਬਣੇ ਹੋਇਆਂ ਤੋਂ ਵਰਜ ਦੇਣਾ, ਰੋਕ ਦੇਣਾ ਵੀ ਇਦਾਂ ਨਹੀਂ, ਇਹਦੇ ਤੋਂ ਵੱਖਰੇ ਹੋ ਕੇ ਵੀ ਜ਼ਿੰਦਗੀ ਜਿਉਣੀ ਜਾਂਦੀ ਹੈ। ਆਪਾਂ ਲਕੀਰ ਦੇ ਫਕੀਰ ਬਣ ਕੇ ਨਹੀਂ ਚੱਲਣਾ, ਆਪਾਂ ਜ਼ਿੰਦਗੀ ਜਿਉਣੀ ਹੈ, ਜੀਵਨ ਜਿਉਣਾ ਹੈ, ਰੱਬ ਨੇ ਦਿੱਤਾ ਹੈ, ਸ਼ਾਨੋ ਔਰ ਸ਼ੌਕਤ ਨਾਲ ਜਿਉਵਾਂਗੇ, ਕਿਸੇ ਦੇ ਅਧੀਨ ਹੋ ਕੇ ਨਹੀਂ ਜਿਉਣਾ, ਜਬਰੀ ਕਿਸੇ ਦਾ ਜ਼ੁਲਮ ਕਬੂਲਦਿਆਂ ਨਹੀਂ ਜਿਉਣਾ। ਜਿੰਨਾ ਜੀਵਨ ਪਰਮੇਸ਼ਵਰ ਨੇ ਦਿੱਤਾ ਉਹਨਾਂ ਜੀਵਨ ਆਪਣੇ ਆਸ਼ੇ ਮੁਤਾਬਕ ਰੱਬ ਜੀ ਦੇ ਹੁਕਮ ਤੇ ਰੱਬ ਜੀ ਦੀ ਰਜ਼ਾ ਵਿੱਚ ਚੱਲਦਿਆਂ ਜਿਉਣਾ। ਇੱਕ ਕ੍ਰਾਂਤੀਕਾਰੀ ਲਹਿਰ ਸੀ ਜਿਹਨੇ ਸਮਾਜ ਵਿੱਚ ਫਿਰ ਬਦਲਾਵ ਲੈ ਕੇ ਆਂਦਾ। ਖੈਰ, ਭਗਤ ਕਬੀਰ ਸਾਹਿਬ ਜੀ ਦੇ ਜਦੋਂ ਜੀਵਨ ਦੀ ਆਪਾਂ ਪ੍ਰਾਰੰਭਤਾ ਕਰਦੇ ਹਾਂ ਸਨ 1398 ਦੇ ਅੰਦਰ, ਇਤਿਹਾਸਕਾਰ ਜ਼ਿਕਰ ਕਰਦੇ ਕਿ ਭਗਤ ਕਬੀਰ ਸਾਹਿਬ ਜੀ ਸੰਸਾਰ ਦੇ ਉੱਤੇ ਅਵਤਾਰ ਲੈਂਦੇ ਨੇ ਤੇ ਮਾਤਾ ਨੀਮਾ ਜੀ ਦੀ ਕੁੱਖ ਤੋਂ ਔਰ ਨੂਰਾ ਅਲੀ ਜੀ ਦੇ ਗ੍ਰਹਿ ਵਿਖੇ ਭਗਤ ਕਬੀਰ ਸਾਹਿਬ ਜੀ ਸੰਸਾਰ ਤੇ ਆਉਂਦੇ ਨੇ। ਪਰਿਵਾਰ ਦਾ ਜਦੋਂ ਜ਼ਿਕਰ ਕਰੀਏ ਤੇ ਸੁਪਤਨੀ ਮਾਤਾ ਲੋਈ ਜੀ, ਸੁਪੁੱਤਰ ਕਮਾਲਾ ਜੀ ਔਰ ਸੁਪੁੱਤਰੀ ਬੀਬੀ ਕਮਾਲੀ ਜੀ। ਪਰਿਵਾਰ ਜਿਹੜਾ ਜਦੋਂ ਪਰਿਵਾਰ ਦੇ ਅੰਦਰ ਜ਼ਿਕਰ ਕਰਦੇ ਨਾ ਭਗਤ ਕਬੀਰ ਸਾਹਿਬ ਜੀ ਦਾ, ਪਿਤਾ ਜੀ ਜੁਲਾਹੇ ਦੀ ਕਾਰ ਕਰਦੇ, ਕਿਰਤ ਕਰਦੇ, ਕੱਪੜੇ ਬੁਣਨ ਦੀ ਕਿਰਤ ਕਰਦੇ। ਔਰ ਇਤਿਹਾਸਕਾਰ ਜ਼ਿਕਰ ਕਰਦੇ ਵੀ ਭਗਤ ਕਬੀਰ ਭਾਈ ਵੀਰ ਸਿੰਘ ਜੀ ਨੇ ਜ਼ਿਕਰ ਕੀਤਾ ਭਗਤ ਕਬੀਰ ਸਾਹਿਬ ਜੀ ਦੀ ਜਦੋਂ ਉਹਨਾਂ ਨੇ ਜੀਵਨ ਗਾਥਾ ਲਿਖੀ ਤੇ ਉਹਨਾਂ ਜ਼ਿਕਰ ਕਰਦੇ ਵੀ ਆਪਣੇ ਪਿਤਾ ਦੇ ਨਾਲ ਭਗਤ ਕਬੀਰ ਸਾਹਿਬ ਨਿੱਕੀ ਉਮਰੇ ਹੱਥ ਵਟਾਉਣ ਲੱਗੇ ਕਾਰ ਵਿਹਾਰ ਦੇ ਵਿੱਚ। ਜਿੱਥੇ ਕਾਰ ਵਿਹਾਰ ਵਿੱਚ ਹੱਥ ਵਟਾਉਣਾ ਸ਼ੁਰੂ ਕੀਤਾ ਨਾ, ਉੱਥੇ ਉਹਨਾਂ ਨੇ ਨਾਲ ਅਕਾਲ ਪੁਰਖ ਪਰਮੇਸ਼ਵਰ ਰੱਬ ਜੀ ਦਾ ਚਿੰਤਨ ਵੀ ਆਪਣੇ ਜੀਵਨ ਅੰਦਰ ਜਾਰੀ ਰੱਖਿਆ। ਔਰ ਇੱਕ ਘਟਨਾ ਬੜੀ ਪਿਆਰੀ ਉਹਨਾਂ ਜ਼ਿਕਰ ਕੀਤਾ ਕਿ ਇੱਕ ਵਾਰੀ ਨਾ ਪਿਤਾ ਜੀ ਨੇ, ਸਿਆਲ ਦਾ ਮੌਸਮ ਸੀ, ਸਰਦੀ ਦਾ ਮੌਸਮ ਸੀ, ਤੇ ਭਗਤ ਕਬੀਰ ਸਾਹਿਬ ਜੀ ਦੇ ਪਿਤਾ ਜੀ ਨੇ ਉਹਨਾਂ ਨੂੰ ਕੁਝ ਵਸਤਰ ਦਿੱਤੇ ਬਾਜ਼ਾਰ ਵਿੱਚ ਵੇਚ ਕੇ ਆਉਣ ਵਾਸਤੇ ਵੀ ਜਾਓ ਭਾਈ ਆ ਵਸਤਰ ਲੈ ਕੇ ਜਾਓ ਤੇ ਇਹਨਾਂ ਨੂੰ ਬਾਜ਼ਾਰ ਵਿੱਚ ਵੇਚ ਕੇ ਤੇ ਜਿਹੜੀ ਬੱਟਤ ਹੋਏਗੀ ਉਹ ਤੁਸੀਂ ਘਰ ਲੈ ਆਓ। ਤੇ ਭਗਤ ਕਬੀਰ ਸਾਹਿਬ ਲੈ ਗਏ। ਹੁਣ ਪਿਤਾ ਦਾ ਹੁਕਮ ਸੀ ਤੇ ਪਿਤਾ ਦੇ ਹੁਕਮ ਹੈ ਵੀ ਇਹ ਨਹੀਂ ਸੀ ਵੀ ਭਗਤ ਕਬੀਰ ਸਾਹਿਬ ਕਾਰ ਵਿਹਾਰ ਨਹੀਂ ਕਰਦੇ ਜਾਂ ਉਹਨਾਂ ਨੂੰ ਕਾਰ ਵਿਹਾਰ ਦਾ ਪਤਾ ਨਹੀਂ ਪਤਾ ਸੀ, ਪਰ ਦਿਆਲਤਾ ਬਹੁਤ ਹੈ, ਹਿਰਦਾ ਕੋਮਲ ਬੜਾ ਹੈ। ਭਗਤ ਕਬੀਰ ਸਾਹਿਬ ਜੀ ਆਪਣੇ ਪਿਤਾ ਦੇ ਕਹੇ ਅਨੁਸਾਰੀ ਉਹ ਵਸਤਰ ਲੈ ਕੇ ਤੇ ਚੱਲ ਪਏ ਬਾਜ਼ਾਰ ਵੱਲ ਨੂੰ। ਸਰਦੀ ਦਾ ਮੌਸਮ ਹੈ। ਹੁਣ ਰਾਹ ਵਿੱਚ ਤੁਰਿਆਂ ਜਾਂਦੇ ਆ ਨਾ, ਇੱਕ ਲੋੜਵੰਦ ਨਜ਼ਰੀ ਪੈਂਦਾ ਹੈ। ਹੁਣ ਲੋੜਵੰਦ ਨਜ਼ਰੀ ਪੈਂਦਾ ਹੈ, ਇੱਕ ਪਾਸੇ ਉਹ ਦਿਸ ਰਿਹਾ, ਇੱਕ ਪਾਸੇ ਪਿਤਾ ਜੀ ਦੇ ਬੋਲ ਦਿਸ ਰਹੇ ਵੀ ਵੇਚ ਕੇ ਆਉਣੇ ਨੇ ਵਸਤਰ, ਤੇ ਦੂਜੇ ਪਾਸੇ ਉਹ ਲੋੜਵੰਦ ਠੰਡ ਵਿੱਚ ਠਰਦਾ ਦਿਸ ਰਿਹਾ ਵੀ ਜੇ ਇਹਦੀ ਲੋੜ ਨਾ ਪੂਰੀ ਕੀਤੀ ਤੇ ਮੇਰੇ ਕੱਪੜੇ ਵੇਚਿਆਂ ਦਾ ਲਾਭ ਕੀ। ਹੁਣ ਹਿਰਦੇ ਦੀ ਕੋਮਲਤਾ, ਹਿਰਦੇ ਦੀ ਦਇਆਲਤਾ ਕਿੱਧਰ ਜਾਵੇ। ਤੇ ਬਾਬਾ ਕਬੀਰ ਸਾਹਿਬ ਨੇ ਪਤਾ ਕੀ ਕੀਤਾ, ਜਿੰਨੇ ਵਸਤਰ ਪਿਤਾ ਜੀ ਨੇ ਦਿੱਤੇ ਸੀ ਉਹਨਾਂ ਦੇ ਵਿੱਚੋਂ ਨਾ ਅੱਧੇ ਕੱਪੜੇ ਅੱਧੇ ਵਸਤਰ ਉਸ ਲੋੜਵੰਦ ਨੂੰ ਦੇ ਦੇ। ਉਹਨੂੰ ਕਿਹਾ ਵੀ ਲੈ ਸੱਜਣਾ, ਇਹਦੇ ਨਾਲ ਤੂੰ ਆਪਣੀ ਸਰਦੀ ਜਿਹੜੀ ਨਾ ਆਪਣੇ ਸਰੀਰ ਨੂੰ ਢੱਕ ਲਾ ਤੇ ਇਸ ਮੌਸਮ ਤੋਂ ਆਪਣਾ ਆਪਾ ਬਚਾ ਲਾ। ਹੁਣ ਭਗਤ ਕਬੀਰ ਸਾਹਿਬ ਨੇ ਆਪਣੇ ਅਨੁਸਾਰੀ ਜਿੰਨਾ ਕੋ ਉਹਨਾਂ ਦੇ ਚਿੱਤ ਨੇ ਹਾਮੀ ਭਰੀ, ਦਇਆਲਤਾ ਸਦਕਾ, ਨਾਲ ਪਿਤਾ ਦਾ ਡਰ ਵੀ ਹੈ ਨਾ ਵੀ ਕਰੇ ਗਿਆ ਖਾਲੀ ਹੱਥੀਂ ਤੇ ਕੀ ਕਵਾਂਗਾ, ਜਿਸ ਕਰਕੇ ਉਹਨਾਂ ਅੱਧੇ ਵਸਤਰ ਦਿੱਤੇ। ਜਦੋਂ ਅੱਧੇ ਵਸਤਰ ਦਿੱਤੇ ਉਹਨੇ ਅੱਗੋਂ ਫਕੀਰ ਨੇ, ਉਸ ਭਲੇ ਪੁਰਸ਼ ਨੇ ਹੱਥ ਜੋੜ ਕੇ ਨੇ ਅਰਜ਼ੋਈਆਂ ਕੀਤੀਆਂ, ਅਰਦਾਸਾਂ ਕੀਤੀਆਂ ਤੇ ਅਰਦਾਸਾਂ ਕਰਦੇ ਉਹਨੇ ਕਿਹਾ ਵੀ ਸੱਜਣਾ ਜਿਹੜੇ ਬਾਕੀ ਨੇ ਨਾ ਇਹ ਵੀ ਦੇ ਦੇ। ਹੁਣ ਕੋਈ ਮੰਗੇ ਰੱਬ ਦਾ ਪਿਆਰਾ ਦੇਵੇ ਨਾ, ਕਿਵੇਂ ਹੋ ਸਕਦਾ। ਉਹ ਬਾਬਾ ਕਬੀਰ ਸਾਹਿਬ ਕੋਲ ਜਿਹੜੇ ਬਾਕੀ ਬਚੇ ਸੀ ਨਾ ਉਹਨਾਂ ਉਹ ਵੀ ਵਸਤਰ ਦੇ ਦਿੱਤੇ। ਉਹ ਵਸਤਰ ਦੇ ਬਿਨਾਂ ਵੱਟਤ ਬਿਨਾਂ ਵੇਚਿਆਂ ਘਰੇ ਖਾਲੀ ਹੱਥੀਂ ਮੁੜ ਕੇ ਜਾਂਦੇ। ਜਦੋਂ ਖਾਲੀ ਹੱਥੀਂ ਮੁੜ ਕੇ ਗਏ, ਮਨ ਨੂੰ ਇੱਕ ਸਕੂਨ ਵੀ ਆ ਵੀ ਅੱਜ ਮਨ ਨੂੰ ਇੱਕ ਖੁਸ਼ੀ ਹੈ ਵੀ ਭਾਵੇਂ ਅੱਜ ਮੈਂ ਵਸਤਰ ਵੇਚੇ ਨਹੀਂ, ਵੱਟਤ ਕੁਝ ਵੀ ਨਹੀਂ ਹੋਈ, ਪਰ ਮਨ ਪ੍ਰਸੰਨ ਇਸ ਕਰਕੇ ਹੈ ਵੀ ਅੱਜ ਕਿਸੇ ਲੋੜਵੰਦ ਨੂੰ ਮੈਂ ਵਸਤਰ ਦੇ ਆਇਆ। ਪਿਤਾ ਨੂੰ ਆ ਕੇ ਉਹਨਾਂ ਪੁੱਛਿਆ, ਲਿਆ ਵੀ ਪੁੱਤਰਾ ਆ ਗਿਆ ਬਾਜ਼ਾਰੋਂ, ਵੀ ਵੱਟਤ ਕਿੱਥੇ ਹੈ। ਤੇ ਬਾਬਾ ਕਬੀਰ ਸਾਹਿਬ ਨੇ ਇਨਕਾਰ ਕਰਦਾ ਵੀ ਪਿਤਾ ਜੀ ਵੱਟਤ ਕੋਈ ਨਹੀਂ, ਵਸਤਰ ਕਹਿੰਦੇ ਵਸਤਰ ਕਿੱਥੇ ਨੇ, ਕਹਿੰਦੇ ਵਸਤਰ ਵੀ ਹੈ ਨਹੀਂ, ਕੱਪੜੇ ਕਿੱਥੇ ਨੇ, ਉਹ ਵੀ ਹੈ ਨਹੀਂ, ਵੱਟਤ ਕਿੱਥੇ ਹੈ, ਉਹ ਵੀ ਹੈ ਨਹੀਂ। ਫਿਰ ਪੁੱਛਿਆ ਵੀ ਕੀਤਾ ਕੀ, ਸਾਰੀ ਘਟਨਾ ਦੱਸੀ। ਔਰ ਇਤਿਹਾਸਕਾਰਾਂ ਨੇ ਜ਼ਿਕਰ ਕਰਦਿਆਂ ਲਿਖਿਆ ਵੀ ਪਿਤਾ ਜੀ ਕੋਲੋਂ ਝਿੜਕਾਂ ਵੀ ਪਈਆਂ, ਪਿਤਾ ਜੀ ਕੋਲੋਂ ਉਹਨਾਂ ਦਾ ਕ੍ਰੋਧ ਵੀ ਚੱਲਿਆ, ਆਪਣੇ ਸਰੀਰ ਉੱਤੇ ਸਾਰਾ ਕੁਝ ਝੱਲਦਿਆਂ ਹੋਇਆਂ ਬਾਬਾ ਕਬੀਰ ਸਾਹਿਬ ਨੇ ਆਪਣੇ ਹਿਰਦੇ ਦੀ ਕੋਮਲਤਾ ਔਰ ਦਇਆਲਤਾ ਨੂੰ ਪ੍ਰਗਟਾਇਆ। ਔਰ ਉਸ ਸਿਧਾਂਤ ਨੂੰ ਜਿਹੜਾ ਕਦੇ ਗੁਰੂ ਨਾਨਕ ਦੇ ਘਰ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਉਸ ਜਿਵੇਂ ਆਪਾਂ ਭਗਤੀ ਲਹਿਰ ਦੇ ਮੋਢੀਆਂ ਦਾ ਜ਼ਿਕਰ ਕਰਦੇ ਹਾਂ, ਜੇ ਬਾਬਾ ਕਬੀਰ ਸਾਹਿਬ ਭਗਤੀ ਲਹਿਰ ਦੇ ਮੋਢੀ ਨੇ, ਗੁਰੂ ਨਾਨਕ ਸਾਹਿਬ ਭਗਤੀ ਲਹਿਰ ਦੇ ਮੋਢੀ ਨੇ, ਤੇ ਜੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਬਾਬਾ ਕਬੀਰ ਸਾਹਿਬ ਦੀ ਵਿਚਾਰਧਾਰਾ ਨਾਲ ਮੇਲ ਖਾਂਦੀ ਹੈ ਨਾ, ਤੇ ਫਿਰ ਬਾਬਾ ਕਬੀਰ ਸਾਹਿਬ ਜੀ ਦੇ ਜਿਵੇਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਕਹਿ ਕੇ ਨਿਵਾਜਿਆ, ਉਸੇ ਤਰ੍ਹਾਂ ਭਗਤ ਕਬੀਰ ਸਾਹਿਬ ਨੇ ਆਪਣੇ ਜੀਵਨ ਅੰਦਰ ਉਹਨੂੰ ਕਮਾ ਕੇ ਵੀ ਵਿਖਾਇਆ ਵੀ ਲੋੜਵੰਦ ਦੀ ਮਦਦ ਤੋਂ ਆਪਣਾ ਆਪਾ ਕਦੇ ਵੀ ਪਿੱਛੇ ਨਾ ਖਿੱਚੋ। ਇੱਕ ਘਟਨਾ ਹੋਰ ਸਾਂਝੀ ਕਰਕੇ ਤੇ ਮੈਂ ਸਮਾਪਤੀ ਕਰ ਦੇਣੀ। ਭਗਤ ਕਬੀਰ ਸਾਹਿਬ ਵੇਲੇ ਨਾ ਇੱਕ ਰਾਜਾ ਹੋਇਆ, ਰਾਜਪੂਤ ਰਾਜਾ ਵੀਰ ਸਿੰਘ। ਤੇ ਭਗਤ ਕਬੀਰ ਸਾਹਿਬ ਜੀ ਦੇ ਜਿਹੜੇ ਸਿੱਖਿਆਰਥੀ ਨੇ ਜਿਨ੍ਹਾਂ ਨੇ ਇਹਨਾਂ ਕੋਲੋਂ ਸਿੱਖਿਆ ਲਈ, ਉਹਨਾਂ ਦੇ ਵਿੱਚੋਂ ਇੱਕ ਮੰਨੇ ਜਾਂਦੇ ਨੇ ਇਹ ਰਾਜਾ ਵੀਰ ਸਿੰਘ ਜੀ। ਔਰ ਇਹਨਾਂ ਨੇ ਨਾ ਬਹੁਤ ਹੈ ਰਾਜਾ, ਰਾਜਪੂਤ ਰਾਜਾ, ਸੁਭਾਵਿਕ ਜਿਹੀ ਗੱਲ ਹੈ ਵੀ ਘਰਾਣਾ ਵੀ ਬਹੁਤ ਉੱਚਾ ਹੋਣਾ। ਇਹਨਾਂ ਨੇ ਨਾ ਇੱਕ ਮਹਿਲ ਤਿਆਰ ਕਰਾਇਆ ਬਹੁਤ ਸੁੰਦਰ, ਰਾਜਾ ਵੀਰ ਸਿੰਘ ਜੀ ਨੇ। ਜਦੋਂ ਮਹਿਲ ਤਿਆਰ ਕਰਾਇਆ ਨਾ, ਸਾਰੇ ਪਾਸੇ ਇਹਨਾਂ ਦੇ ਮਹਿਲ ਦੇ ਚਰਚੇ, ਤੇ ਜਦੋਂ ਮਹਿਲ ਦੇ ਉਦਘਾਟਨ ਦੀ ਵਾਰੀ ਆਈ ਉਦਘਾਟਨ ਕਰਨਾ, ਤੇ ਲੋਕਾਂ ਨੇ ਨਾ ਮਹਿਲ ਵੇਖਣ ਵਾਲੇ ਨੇ ਬੜੀਆਂ ਲੰਮੀਆਂ ਕਤਾਰਾਂ ਲਾ ਲਈਆਂ ਵੀ ਆਪਾਂ ਮਹਿਲ ਵੇਖਣ ਜਾਣਾ। ਤੇ ਆਪਣੇ ਸਾਥੀਆਂ ਦੇ ਕਹਿਣ ਉੱਤੇ ਬਾਬਾ ਕਬੀਰ ਸਾਹਿਬ ਵੀ ਮਹਿਲ ਵੇਖਣ ਵਾਸਤੇ ਚਲੇ ਗਏ। ਹੁਣ ਰਾਜਾ ਵੀਰ ਸਿੰਘ ਜਾਣਦੇ ਸੀ ਭਗਤ ਕਬੀਰ ਸਾਹਿਬ ਨੂੰ, ਵੇਖਿਆ ਵੀ ਹੋਇਆ ਸੀ। ਜਦੋਂ ਆਪਣੇ ਮਹਿਲ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੂੰ ਵੇਖਿਆ, ਰਾਜਾ ਵੀਰ ਸਿੰਘ ਬਹੁਤ ਪ੍ਰਸੰਨ ਹੋਏ ਵੀ ਅੱਜ ਇਹਨਾਂ ਨੇ ਵੀ ਆਪਣੇ ਚਰਨ ਪਾਏ। ਤੇ ਜਦੋਂ ਮਹਿਲ ਵੇਖ ਲਿਆ ਨਾ, ਰਾਜਾ ਵੀਰ ਸਿੰਘ ਜੀ ਭਗਤ ਕਬੀਰ ਸਾਹਿਬ ਕੋਲ ਆ ਗਏ। ਉਹਨਾਂ ਨੂੰ ਆ ਕੇ ਇੱਕ ਸਵਾਲ ਕੀਤਾ, ਕਹਿੰਦੇ ਜੀ ਮਹਿਲ ਤੁਹਾਨੂੰ ਕਿੱਦਾਂ ਦਾ ਲੱਗਾ। ਇਹ ਸਵਾਲ ਰਾਜਾ ਵੀਰ ਸਿੰਘ ਕਰਦੇ ਤੇ ਭਗਤ ਕਬੀਰ ਸਾਹਿਬ ਨੇ ਜਵਾਬ ਦਿੱਤਾ, ਕਹਿੰਦੇ ਮਹਿਲ ਬਹੁਤ ਲਾਜਵਾਬ ਹੈ, ਬੜਾ ਸੁੰਦਰ ਹੈ, ਪਰ ਇਹਦੇ ਵਿੱਚ ਦੋ ਕਮੀਆਂ ਨੇ। ਉਹ ਬੜਾ ਹੈਰਾਨ ਹੋਇਆ ਵੀ ਮੈਂ ਇੰਨਾ ਰੁਪਈਆ ਲਾਤਾ, ਇਹਦੇ ਵੀ ਦੋ ਕਮੀਆਂ ਰਹਿ ਗਈਆਂ। ਉਹਨੇ ਸਵਾਲ ਕਰ ਲਿਆ ਕਿ ਭਗਤ ਜੀ ਦੱਸ ਦਿਓ, ਸੰਤ ਜੀ ਵੀ ਦੱਸੋ ਕਮੀਆਂ ਕਿਹੜੀਆਂ। ਭਗਤ ਕਬੀਰ ਸਾਹਿਬ ਕਹਿੰਦੇ ਇੱਕ ਕਮੀ, ਇਹਨੇ ਨਾ ਭੁਰ ਕੇ ਡਿੱਗ ਪੈਣਾ, ਇਹ ਸਾਰਾ ਮਹਿਲ ਭੁਰ ਕੇ ਗਿਰ ਜਾਏਗਾ, ਡਿੱਗ ਜਾਏਗਾ। ਤੇ ਦੂਜੀ ਕਮੀ, ਇਹਦੇ ਮਾਲਕ ਨੇ ਇਹਨੂੰ ਛੱਡ ਕੇ ਚਲੇ ਜਾਣਾ। ਉਹ ਬੜਾ ਹੈਰਾਨ ਵੀ ਮੈਂ ਖੁਸ਼ੀ ਦੇ ਵੇਲੇ ਇਕੱਠਾ ਹੋਇਆ, ਇਹ ਗੱਲਾਂ ਕਿਹੜੀਆਂ ਕਰੀ ਜਾਂਦੇ। ਕਹਿੰਦੇ ਜੀ ਤੁਸੀਂ ਆਖ ਕੀ ਰਹੇ ਹੋ ਵੀ ਮੈਨੂੰ ਤੁਹਾਡੀ ਬਾਤ ਪਾਈ ਨਹੀਂ ਵੀ ਖੁਸ਼ੀ ਦਾ ਵੇਲਾ, ਵੀ ਤੁਸੀਂ ਗੱਲਾਂ ਕਿਦਾਂ ਮਰਨ ਵਾਲੀਆਂ ਕਰੀਆਂ ਜਾਂਦੇ ਹੋ ਵੀ ਇਹਨੇ ਕਿਰ ਕੇ ਡਿੱਗ ਜਾਣਾ, ਵੀ ਜਦੋਂ ਡਿੱਗੇਗਾ ਵੇਖੀ ਜਾਏਗੀ। ਤੇ ਦੂਜੀ ਗੱਲ ਜਦੋਂ ਕਹੀ ਵੀ ਇਹਦੇ ਮਾਲਕ ਨੇ ਇਹਨੂੰ ਛੱਡ ਕੇ ਚਲੇ ਜਾਣਾ, ਉਹਨੇ ਬੜਾ ਇਤਰਾਜ਼ ਜਤਾਇਆ ਰਾਜੇ ਨੇ, ਅੱਜ ਤੱਕ ਕੋਈ ਇਦਾਂ ਬੋਲਿਆ ਨਹੀਂ। ਤੇ ਭਗਤ ਕਬੀਰ ਸਾਹਿਬ ਨੇ ਨਾ ਫਿਰ ਅੱਗੋਂ ਉਪਦੇਸ਼ ਦਿੰਦੇ ਆਪਣੇ ਮੁਖ ਤੋਂ ਬਚਨ ਕਹੇ, ਕਰਤਾਰ ਦਾ ਅਟਲ ਨਿਯਮ ਹੈ, ਜਿਹੜਾ ਦਿਨ ਆਇਆ ਉਹ ਦਿਨ ਜਾਏਗਾ, ਜੋ ਉਸਰਿਆ ਹੈ ਉਹ
ਢਵੇਗਾ, ਜਿਹੜਾ ਜਨਮਿਆ ਹੈ ਉਹ ਮਰੇਗਾ। ਬਾਬਾ ਕਬੀਰ ਸਾਹਿਬ ਦੇ ਇਸ ਉਪਦੇਸ਼ ਨੂੰ ਸੁਣਦਿਆਂ ਰਾਜੇ ਕੋਲ ਸਿਵਾਏ ਹੱਥ ਜੋੜ ਕੇ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਹੱਥ ਜੋੜ ਬਾਬਾ ਕਬੀਰ ਸਾਹਿਬ ਅੱਗੇ ਸਿਰ ਨਵਾਉਂਦਿਆਂ ਰਾਜਾ ਵੀਰ ਸਿੰਘ ਆਖਦਾ ਹੈ, ਰਹਿਮਤ ਕਰੋ, ਹਿਰਦੇ ਨੂੰ ਧੀਰਜ ਵੀ ਮਿਲ ਜਾਏ ਔਰ ਆਪ ਜੀ ਕਿਰਪਾ ਕਰਕੇ ਐਸਾ ਉਪਦੇਸ਼ ਦੇਵੋ ਕਿ ਇਹਨਾਂ ਮਹਿਲਾਂ ਤੋਂ ਕਿਤੇ ਉਸ ਮਹਿਲ ਅੰਦਰ ਵੀ ਵਾਸਾ ਮਿਲ ਜਾਏ ਜਿਹਨੂੰ ਨਿੱਜ ਕਰ ਆਖਿਆ ਜਾਂਦਾ, ਕਿਤੇ ਜੀਵਨ ਮੁਕਤ ਬਣ ਜਾਏ। ਆਪ ਜੀ ਕਿਰਪਾ ਕਰਕੇ ਐਸਾ ਉਪਦੇਸ਼ ਤੇ ਸਿੱਖਿਆ ਦੇਵੋ। ਤੇ ਇਤਿਹਾਸਕਾਰ ਜ਼ਿਕਰ ਕਰਦੇ ਉਦੋਂ ਫਿਰ ਰਾਜਾ ਵੀਰ ਸਿੰਘ ਜੀ ਭਗਤ ਕਬੀਰ ਸਾਹਿਬ ਦੇ ਸਿੱਖਸ਼ਕ ਰੂਪ ਵਜੋਂ ਉਹਨਾਂ ਨੂੰ ਆਪਣਾ ਗੁਰੂ ਸਮਝਦਿਆਂ, ਮੁਰਸ਼ਿਦ ਸਮਝਦਿਆਂ, ਆਪਣਾ ਆਪ ਮੁਰੀਦ ਬਣ ਕੇ ਆਪਣਾ ਆਪਾਂ ਉਹਨਾਂ ਅੱਗੇ ਨਿਭਾ ਦਿੰਦੇ ਤੇ ਉਹਨਾਂ ਦੇ ਕੋਲੋਂ ਫਿਰ ਜੀਵਨ ਦਾ ਪੰਥ ਜਿਹੜਾ ਅਸਲ ਮਨੋਰਥ ਜੀਵਨ ਦਾ ਉਪਦੇਸ਼ ਲੈ ਕੇ ਆਪਣੇ ਜੀਵਨ ਵਿੱਚ ਕਮਾਉਂਦੇ ਆ ਤੇ ਫਿਰ ਆਪਣਾ ਜੀਵਨ ਸਫਲੀਆਂ ਕਰਕੇ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੇ ਸਿਰਾਂ ਉੱਤੇ ਮਾਲਕ ਜੀ ਆਪ ਆਪਣਾ ਬਖਸ਼ਿਸ਼ ਭਰਿਆ, ਰਹਿਮਤ ਭਰਿਆ ਹੱਥ ਰੱਖਣ। ਕਿਤੇ ਸਤਿਗੁਰੂ ਜੀ ਕੀ ਮਿਹਰ ਸਦਕਾ ਅਸੀਂ ਵੀ ਭਗਤ ਕਬੀਰ ਸਾਹਿਬ ਜੀ ਕੀ ਬਾਣੀ ਰਾਹੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਉੱਤੇ ਚੱਲਦੇ ਆ, ਆਪਣੇ ਜੀਵਨਾਂ ਨੂੰ ਸਫਲ ਕਰਕੇ ਸੰਸਾਰ ਤੋਂ ਜਾਈਏ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ ਆਪ ਸਰਬੱਤ ਸੰਗਤ ਨੂੰ ਭਗਤ ਕਬੀਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ, ਜਨਮ ਦਿਹਾੜੇ ਦੀਆਂ ਬੇਅੰਤ ਵਧਾਈਆਂ ਹੋਣ ਜੀ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।